ਸਾਹਿਬ ਸ਼ਹਿਰ ਦੇ ਵਿੱਚ ਨਾ ਵੀਡੀਓ ਇੱਕ ਵਾਇਰਲ ਹੋ ਰਹੀ ਹੈ, ਜਿਵੇਂ ਕਿ ਇੱਕ ਮੁਸਲਿਮ ਸਮਝ ਕੇ ਕਿਸੇ ਦੀ ਹਿੰਦੂ ਪਰਸਨ ਦੀ ਹੱਤਿਆ ਕਰ ਦਿੱਤੀ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਜ਼ਹਰ ਸਾਹਿਬ, ਜੋ ਇੱਕ ਮਾਮਲਾ ਸਾਹਮਣੇ ਆਇਆ, ਭੰਵਰ ਲਾਲ ਜੈਨ ਨਾਮ ਦੇ ਇੱਕ ਵਿਅਕਤੀ ਨੇ, ਜੋ ਮੱਧ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੀ ਮੌਬ ਲਿੰਚਿੰਗ ਕੀਤੀ ਗਈ ਹੈ, ਤਾਂ ਉਹ ਜਦੋਂ ਖਬਰ ਸਾਹਮਣੇ ਆਈ ਕਿ ਉਸ ਵਿਅਕਤੀ ਨੂੰ, ਜੋ ਕਿ ਦਿਮਾਗੀ ਤੌਰ 'ਤੇ ਥੋੜ੍ਹਾ ਜਿਹਾ ਉਹ ਅਪਾਹਿਜ ਸੀ ਅਤੇ ਉਹਨੂੰ ਇੰਨੀ ਨਹੀਂ ਸਮਝ ਸੀਗੀ ਬੰਦੇ ਨੂੰ, ਤਾਂ ਉਹ ਵਿਚਾਰਾ ਜਦੋਂ ਉੱਥੋਂ ਆਪਣੇ ਪਰਿਵਾਰ ਤੋਂ ਵਿਛੜ ਗਿਆ, ਕਿਤੇ ਆਇਆ ਹੋਇਆ ਸੀਗਾ ਫੰਕਸ਼ਨ ਦੇ ਵਿੱਚ, ਤਾਂ ਉੱਥੋਂ ਕੁਛ ਜਿਹੜੇ ਗੁੰਡੇ, ਕੁਝ ਜਿਹੜੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇੱਕ ਨਫ਼ਰਤ ਦਾ ਕੀੜਾ, ਜੋ ਅਸੀਂ ਆਏ ਦਿਨ ਦੇਖਦੇ ਹਾਂ, ਮੌਬ ਲਿੰਚਿੰਗ ਨੂੰ ਜਿਹੜੇ ਬੜਾਵਾ ਦਿੰਦੇ ਨੇ ਔਰ ਇਸ ਮੁਲਕ ਦੀ ਜਿਹੜੀ ਅਮਨ ਸ਼ਾਂਤੀ ਨੂੰ ਦੇ ਲਈ ਖਤਰਾ ਬਣੇ ਹੋਏ ਨੇ, ਉਹਨਾਂ ਦੇ ਕਿਸੇ ਦੇ ਹੱਥ ਜਦੋਂ ਲੱਗੇ ਭੰਵਰ ਲਾਲ ਜੈਨ ਜੀ, ਤਾਂ ਉਹਨਾਂ ਗੁੰਡਿਆਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਕਿ ਉਹਨਾਂ ਦੀ ਮੌਤ ਹੋ ਗਈ। ਤਾਂ ਮੈਂ ਬਲਕਿ ਕੱਲ੍ਹ ਇੱਕ ਪੋਸਟ ਵੀ ਪਾਈ ਸੀ ਕਿ लगेगी आग तो आएंगे घर सभी इज़्ज़त में, यहाँ पे सिर्फ हमारा मकान थोड़ी है। ਰਾਹਤ ਇੰਦੌਰੀ ਸਾਹਿਬ ਦਾ ਸ਼ੇਰ ਹੈ। ਤਾਂ ਇਹ ਅੱਜ ਸਾਨੂੰ ਸਮਝਣ ਦੀ ਲੋੜ ਹੈ, ਸਾਡੇ ਜਿਹੜੇ ਬਹੁ ਗਿਣਤੀ ਹਿੰਦੂ ਭਾਈਚਾਰਾ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜੇ ਐਸੇ ਲੋਕ ਕਿ ਜਿਹੜੇ ਨਫ਼ਰਤ ਦੇ ਵਿੱਚ ਇੰਨੇ ਜ਼ਿਆਦਾ ਅੰਨੇ ਹੋ ਚੁੱਕੇ ਕਿ ਮੁਸਲਮਾਨ ਹੋਣ ਦੇ ਸ਼ੱਕ ਦੇ ਵਿੱਚ ਇੱਕ ਹਿੰਦੂ ਭਰਾ ਨੂੰ ਕੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਤਾਂ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਮੈਂ ਕਹੂੰਗਾ ਹੋਰ ਕੋਈ ਨਹੀਂ ਹੋ ਸਕਦੀ। ਕਿਉਂਕਿ ਅੱਜ ਦੇ ਜੋ ਹਾਲਾਤ ਬਣਦੇ ਜਾ ਰਹੇ ਨੇ ਭਾਰਤ ਦੇ ਵਿੱਚ, ਲਗਾਤਾਰ ਜਿਹੜਾ ਮੌਬ ਲਿੰਚਿੰਗ ਦਾ ਜਿਹੜਾ ਦੌਰ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖਿਆ, ਉਹਦੇ ਵਿੱਚ ਇਕੱਲੇ ਮੁਸਲਮਾਨ ਹੀ ਨਹੀਂ, ਕਈ ਐਸੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਸਾਡੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਇਸ ਸ਼ੱਕ ਦੇ ਵਿੱਚ ਕਤਲ ਕਰ ਦਿੱਤਾ ਗਿਆ, ਮੌਬ ਲਿੰਚਿੰਗ ਕਰ ਦਿੱਤੀ ਗਈ ਕਿ ਇਹ ਮੁਸਲਮਾਨ ਨੇ। ਤਾਂ ਮੈਂ ਅੱਜ ਇਹ ਸਵਾਲ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਕਿ ਕੀ ਐਸੇ ਲੋਕਾਂ ਦੇ ਖਿਲਾਫ ਤੁਸੀਂ ਲਵ ਜਿਹਾਦ ਦੇ ਉੱਪਰ ਤਾਂ ਇੱਕ ਨਕਲੀ ਮੈਂ ਕਹੂੰਗਾ ਕਿ ਇੱਕ ਇਲਜ਼ਾਮਾਤ ਲਗਾ ਕੇ ਇੱਕ ਕਾਨੂੰਨ ਬਣਾ ਸਕਦੇ ਹੋ ਔਰ ਉਹਦੇ ਤਹਿਤ ਮੁਸਲਮਾਨਾਂ ਨੂੰ ਤੰਗ ਪਰੇਸ਼ਾਨ ਕਰ ਸਕਦੇ ਹੋ, ਤਾਂ ਕੀ ਇਹ ਜਿਹੜਾ ਅੱਜ ਜ਼ਹਿਰ ਘੋਲਿਆ ਜਾ ਰਿਹਾ ਔਰ ਧਰਮ ਦੇ ਨਾਮ ਦੇ ਉੱਪਰ ਕਿਸੇ ਦਾ ਨਾਮ ਪੁੱਛ ਕੇ, ਔਰ ਉਹ ਵਿਚਾਰਾ ਆਪਣਾ ਨਾਮ ਭੰਵਰ ਲਾਲ ਜੈਨ ਨੇ ਆਪਣਾ ਨਾਮ ਨਹੀਂ ਉਹਨੂੰ ਸਹੀ ਤਰੀਕੇ ਨਾਲ ਦੱਸ ਸਕਿਆ ਕਿਉਂਕਿ ਦਿਮਾਗੀ ਤੌਰ 'ਤੇ ਉਹ ਵਿਚਾਰਾ ਸਹੀ ਨਹੀਂ ਸੀਗਾ, ਸੰਤੁਲਨ ਉਹਦਾ ਸਹੀ ਨਹੀਂ ਸੀਗਾ, ਤਾਂ ਉਹਦਾ ਆਧਾਰ ਕਾਰਡ ਮੰਗਿਆ ਜਾਂਦਾ, ਤਾਂ ਉਹਦਾ ਆਧਾਰ ਕਾਰਡ ਨਹੀਂ ਜਦੋਂ ਨਹੀਂ ਉਹ ਪੇਸ਼ ਕਰ ਸਕਿਆ ਤਾਂ ਉਹਨੂੰ ਇਸ ਸ਼ੱਕ ਦੇ ਵਿੱਚ ਮਾਰਿਆ ਜਾਂਦਾ ਕਿ ਉਹ ਇੱਕ ਮੁਸਲਮਾਨ ਸੀਗਾ। ਤਾਂ ਕੀ ਇਹ ਦੇਸ਼ ਦੀ ਜਿਹੜੀ ਅਖੰਡਤਾ, ਦੇਸ਼ ਦੀ ਏਕਤਾ ਇਹਨੂੰ ਔਰ ਦੇਸ਼ ਦੇ ਭਾਈਚਾਰੇ ਨੂੰ ਤੋੜਨ ਦੀ ਇੱਕ ਸਾਜ਼ਿਸ਼ ਨਹੀਂ ਹੈ? ਕਿਉਂ ਐਸੇ ਲੋਕਾਂ ਨੂੰ ਅਸੀਂ ਅੱਤਵਾਦੀ ਕਿਉਂ ਨਹੀਂ ਡਿਕਲੇਅਰ ਕਰਦੇ ਹਾਂ? ਕਿਉਂ ਇਹਨਾਂ ਦੇ ਘਰਾਂ ਦੇ ਉੱਪਰ ਐਸੇ ਘਟੀਆ ਮਾਨਸਿਕਤਾ ਦੇ ਲੋਕਾਂ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਕਿਉਂ ਨਹੀਂ ਚੱਲਦੇ? ਕਿਉਂ ਬੁਲਡੋਜ਼ਰ ਜਾ ਕੇ ਸਿਰਫ ਮੁਸਲਮਾਨਾਂ ਦੇ ਘਰਾਂ ਦੇ ਉੱਪਰ ਹੀ ਚੱਲਦਾ ਔਰ ਜਿੱਥੇ ਕਿਤੇ ਜਾ ਕੇ ਕਿਸੇ ਨੌਨ ਮੁਸਲਿਮ ਬ੍ਰਦਰ ਦਾ ਘਰਾਂ ਦਾ ਉੱਥੇ ਜਾ ਕੇ ਬੁਲਡੋਜ਼ਰ ਵੀ ਧਰਮ ਦੇਖਣ ਲੱਗ ਜਾਂਦਾ? ਤਾਂ ਇਹ ਚੀਜ਼ਾਂ ਸਾਡੇ ਦੇਸ਼ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਨੇ। ਇਹ ਬਹੁਤ ਗਲਤ ਦਿਸ਼ਾ ਦੇ ਵਿੱਚ ਮੁਲਕ ਨੂੰ ਲੈ ਕੇ ਜਾਇਆ ਜਾ ਰਿਹਾ ਹੈ, ਜਿੱਥੇ ਨਾਮ ਪੁੱਛ ਕੇ ਤੁਸੀਂ ਅਗਰ ਬੰਦਿਆਂ ਨੂੰ ਮਾਰਨ ਲੱਗੇ ਤਾਂ ਇਸ ਤੋਂ ਜ਼ਿਆਦਾ ਹੋਰ ਕੀ ਮੈਂ ਕਹੂੰਗਾ ਕਿ ਅਫਸੋਸ ਦੀ ਗੱਲ ਹੋ ਸਕਦੀ ਹੈ ਕਿ ਜਿੱਥੇ ਕਿ ਸਾਡੇ ਮੈਂ ਜਿੰਨਾ ਜ਼ਿਆਦਾ ਸਾਨੂੰ ਕਿਸੇ ਮੁਸਲਿਮ ਭਾਈਚਾਰੇ ਦੀ ਮੌਬ ਲਿੰਚਿੰਗ ਦੇ ਉੱਪਰ ਅਫਸੋਸ ਸੀ, ਉਸ ਤੋਂ ਕਿਤੇ ਜ਼ਿਆਦਾ ਸਾਨੂੰ ਇੱਕ ਜਿਹੜਾ ਸਾਡਾ ਉਹ ਵਿਚਾਰਾ ਮਾਨਸਿਕ ਤੌਰ ਦੇ ਉੱਪਰ ਇੱਕ ਵਿਚਾਰਾ ਬੰਦਾ ਜਿਹੜਾ ਭੰਵਰ ਲਾਲ ਜੈਨ, ਸਾਨੂੰ ਉਸ ਤੋਂ ਵੀ ਜ਼ਿਆਦਾ ਦੁੱਖ ਇਹ ਹੈ ਕਿ ਇਹ ਬੰਦੇ ਐਸੇ ਜਿਹੜੇ ਦਿਮਾਗੀ ਤੌਰ 'ਤੇ ਪਰੇਸ਼ਾਨ ਬੰਦੇ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਦੇ ਹੈ। ਉਹ ਤਾਂ ਦੂਰੋਂ ਹੀ ਦਿਖ ਜਾਂਦਾ ਬੰਦਾ ਯਾਰ ਕਿ ਇਹ ਵਿਚਾਰਾ ਮੈਂਟਲੀ ਤੌਰ 'ਤੇ ਸਹੀ ਨਹੀਂ ਹੈਗਾ। ਉਹਨੂੰ ਤਾਂ ਬੰਦੇ ਕੋਈ ਜੇ ਰੋਡ ਵੀ ਕੋਈ ਖੜ੍ਹਾ ਹੁੰਦਾ ਤਾਂ ਰੋਡ ਕ੍ਰਾਸ ਕਰਾ ਦਿੰਦੇ, ਉਹਨਾਂ ਨਾਲ ਤਾਂ ਲੋਕ ਸਿਲਾ ਰਹਿਮੀ ਕਰਦੇ ਨੇ, ਉਹਨਾਂ ਨਾਲ ਤਾਂ ਲੋਕ ਨਜ਼ਰੀਆ ਆਪਣਾ ਔਰ ਜਿਹੜਾ ਰੁਖ ਹੈ ਆਪਣਾ ਔਰ ਜਾਂ ਜਿਹੜਾ ਉਹਦਾ ਵਿਹਾਰ ਆ ਉਹ ਨਰਮ ਰੱਖਦੇ ਨੇ। ਔਰ ਤੁਸੀਂ ਕੈਸੇ ਲੋਕ ਹੋ, ਐਸੀ ਜ਼ਹਿਨੀਅਤ ਦੇ ਘਟੀਆ ਲੋਕ ਜਿਹੜੇ ਬੰਦੇ ਧਰਮ ਦਾ ਆੜ ਦੇ ਵਿੱਚ ਜਿਹੜਾ ਧਰਮ ਦੇ ਨਾਮ ਦੇ ਉੱਪਰ ਜਾ ਕੇ ਉਸ ਬੰਦੇ ਨੂੰ ਵਿਚਾਰਿਆਂ ਨੂੰ ਕਤਲ ਕਰ ਦਿੰਦੇ ਨੇ। ਤਾਂ ਅੱਜ ਸਾਨੂੰ ਸੋਚਣ ਦੀ ਲੋੜ ਹੈ, ਸਾਰੇ ਜਿੰਨੇ ਵੀ ਹਿੰਦੁਸਤਾਨੀ ਨੇ, ਮੈਂ ਕਹੂੰਗਾ ਮੈਂ ਕੋਈ ਮੁਸਲਮਾਨਾਂ ਦੀ ਜਾਂ ਕਿਸੇ ਖਾਸ ਧਰਮ ਦੀ ਗੱਲ ਨਹੀਂ ਕਰ ਰਿਹਾ, ਮੈਂ ਸਾਰੇ ਜਿੰਨੇ ਭਾਰਤੀ ਹਾਂ ਆਪਾਂ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਕੀ ਸਾਡੇ ਸਮਾਜ ਦੇ ਵਿੱਚ ਐਸੇ ਲੋਕਾਂ ਦੀ ਕੋਈ ਥਾਂ ਹੈ ਜੋ ਕਿਸੇ ਦਾ ਧਰਮ ਪੁੱਛ ਕੇ ਉਹਦਾ ਕਤਲ ਕਰ ਦੇਣ? ਕੀ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਨੂੰ ਲਿਜਾ ਰਹੇ ਹਾਂ? ਹੁਣ ਜਿਹੜੇ ਤੁਸੀਂ ਦੇਖਿਆ ਹੋਊਗਾ ਕਿ ਸ਼ਿਵਰਾਜ ਚੌਹਾਨ ਜਿਹੜੇ MP ਦੇ ਤੁਹਾਡੇ ਮੁੱਖ ਮੰਤਰੀ ਨੇ, ਉਹਨਾਂ ਦਾ ਬੇਟਾ ਉੱਥੇ ਅਮਰੀਕਾ ਦੇ ਵਿੱਚ ਲਾਅ ਦੀ ਡਿਗਰੀ ਲੈ ਕੇ ਆਇਆ। ਤਾਂ
ਉਹ ਆਪਣੇ ਬੱਚਿਆਂ ਨੂੰ ਤਾਂ ਫੋਰਨ ਦੇ ਵਿੱਚ ਪੜ੍ਹਾ ਰਹੇ ਨੇ, ਉੱਥੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਰਹੇ ਨੇ। ਤੁਹਾਡੇ ਬੱਚਿਆਂ ਨੂੰ ਕੀ ਕਰ ਰਹੇ ਨੇ? ਤੁਹਾਡੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਫੜਾ ਰਹੇ ਨੇ। ਤੁਹਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਪਾਈਆਂ ਜਾ ਰਹੀਆਂ ਨੇ ਕਿ ਹਾਂ ਮੁਸਲਮਾਨ ਨੂੰ ਦੇਖ ਕੇ ਉਹਨਾਂ ਨੂੰ ਮਾਰੋ, ਉਹਨਾਂ ਨੂੰ ਕੁੱਟੋ, ਉਹਨਾਂ ਨੂੰ ਮੌਬ ਲਿੰਚਿੰਗ ਕਰੋ, ਔਰ ਇਹਨਾਂ ਨੂੰ ਇਸ ਮੁਲਕ ਦੇ ਵਿੱਚੋਂ ਕੋਲ ਐਸੀਆਂ ਜਿਹੜੀਆਂ ਘਟੀਆ ਜ਼ਹਿਨੀਅਤ ਤੁਹਾਡੇ ਬੱਚਿਆਂ ਦੇ ਜ਼ਹਿਰ ਜਿਹੜਾ ਦਿਮਾਗ ਦੇ ਵਿੱਚ ਪਾਇਆ ਜਾ ਰਿਹਾ, ਇਹ ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਖ਼ਤਰਨਾਕ ਚੀਜ਼ ਹੈ। ਇਸ ਮੁਲਕ ਦੇ ਵਾਸਤੇ ਵੀ ਬਹੁਤ ਜ਼ਿਆਦਾ ਖ਼ਤਰਨਾਕ ਚੀਜ਼ ਹੈ, ਕਿਉਂਕਿ ਸਾਨੂੰ ਸਾਡੇ ਗੁਆਂਢੀ ਮੁਲਕਾਂ ਦੇ ਉੱਪਰੋਂ ਇੰਨਾ ਖਤਰਾ ਹੈ, ਚਾਈਨਾ ਤੋਂ, ਪਾਕਿਸਤਾਨ ਤੋਂ, ਹੋਰ ਜਿਹੜੇ ਅਲੱਗ-ਅਲੱਗ ਇੱਥੇ ਮੁਲਕ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਚੱਲ ਰਹੇ ਨੇ, ਜੰਗਾਂ ਲੱਗੀਆਂ ਹੋਈਆਂ ਨੇ ਆਪਸ ਦੇ ਵਿੱਚ, ਔਰ ਵਰਲਡ ਵਾਰ ਸ਼ੁਰੂ ਹੋਣ ਦੀ ਕਗਾਰ ਦੇ ਉੱਪਰ ਬੈਠੇ ਹਾਂ, ਤਾਂ ਅਸੀਂ ਕੀ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਦੇ ਵਿੱਚ ਲੜ ਰਹੇ ਹਾਂ? ਕਿਉਂ ਨਾ ਅਸੀਂ ਇਕੱਠੇ ਹੋ ਕੇ ਆਪਣੇ ਮੁਲਕ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ? ਇਹ ਗੱਲਾਂ ਵੱਲ ਕਿਉਂ ਨਹੀਂ ਸੋਚ ਰਹੇ ਹਾਂ ਅਸੀਂ? ਤੇ ਦੂਜੀ ਗੱਲ, ਜਿਵੇਂ ਆਪਾਂ ਗੱਲ ਕਰੀਏ ਸਿਹਤ ਦੀ, ਤਾਂ ਮਰੇਲਕੋਟਲੇ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਹੈ ਉਹਦਾ ਦਿਨ ਬਰ ਦਿਨ ਉਹਦੀ ਜਿਹੜੀ ਬਿਲਡਿੰਗ ਹੈ ਉਹ ਵਧੀਆ ਖੂਬਸੂਰਤ ਹੈ, ਚਿੱਟੇ ਹਾਥੀ ਤਰ੍ਹਾਂ ਸਾਬਤ ਹੋਈ ਹੈ, ਲੇਕਿਨ ਉੱਥੇ ਡਾਕਟਰ ਨੇ ਜਿਹੜੇ ਆ ਅਸਤੀਫਾ ਦੇ ਕੇ ਜਾ ਰਹੇ ਨੇ। ਇਹਦਾ ਕੀ ਕਾਰਨ ਹੈ, ਤੇ ਹੱਲ ਕੀ ਹੈ ਇਹਦਾ? ਦੇਖੋ ਅਜ਼ਹਰ ਸਾਹਿਬ, ਜਿਹੜਾ ਇਹ ਹੁਣ ਬਿਲਕੁਲ ਡਿਫਰੈਂਟ ਮੁੱਦਾ ਇੱਕ ਤੁਸੀਂ ਛੇੜ ਲਿਆ, ਆਪਣਾ ਲੋਕਲ ਮਲੇਰਕੋਟਲਾ ਦਾ ਜਿਹੜੇ ਡਾਕਟਰਸ ਕਿਉਂ ਜਾ ਰਹੇ ਨੇ, ਤਾਂ ਇਹਦਾ ਸਾਰਾ ਜਿਹੜੀ ਜ਼ਿੰਮੇਦਾਰ ਹੈ ਸਾਡਾ ਸਿਸਟਮ ਹੈ। ਸਾਨੇ ਐਜੂਕੇਸ਼ਨ ਹੀ ਇੰਨੀ ਜ਼ਿਆਦਾ ਮਹਿੰਗੀ ਕਰ ਦਿੱਤੀ, ਜਿਹੜਾ ਇਹ ਡਾਕਟਰਸ ਵਿਚਾਰੇ ਕਰੋੜ ਰੁਪਏ ਲਾ ਕੇ ਇੰਨੀ ਮਿਹਨਤ ਕਰਕੇ ਆਪਣੀ ਪੜ੍ਹਾਈ ਪੂਰੀ ਕਰਕੇ ਆਉਂਦੇ ਨੇ ਐਜੂਕੇਸ਼ਨ ਦੇ ਉੱਪਰ, ਜਿਨ੍ਹਾਂ ਨੇ ਕਰੋੜ ਰੁਪਇਆ ਖਰਚਿਆ ਹੁੰਦਾ, ਤਾਂ ਉਹਨਾਂ ਨੂੰ ਜਦੋਂ ਤੁਸੀਂ 50,000 60,000 70,000 ਰੁਪਏ ਪੇ ਦਓਗੇ ਤੁਸੀਂ, ਤਾਂ ਉਹ ਨਹੀਂ ਉਹਦੇ ਵਿੱਚ ਸੈਟਿਸਫਾਈ ਹੈਗੇ। ਉਹ ਕੁਛ ਦੇਰ ਐਕਸਪੀਰੀਅੰਸ ਉਹਨਾਂ ਦਾ ਆਪਣਾ ਉਹ ਉੱਥੇ ਟ੍ਰੇਨਿੰਗ ਕਰਦੇ ਨੇ ਆਪਣੀ, ਇੱਕ ਤਰ੍ਹਾਂ ਦਾ ਆਪਣਾ ਕਹੂੰਗਾ ਕਿ ਮੈਂ ਜਿਹੜੇ ਸਰਜਨ ਨੇ ਉਹ ਯਾਨੀ ਕਿ ਉਹ ਉੱਥੇ ਇੱਕ ਪ੍ਰੈਕਟਿਸ ਕਰਕੇ ਅਤੇ ਨਾਲ ਹੀ ਉਹਨਾਂ ਨੂੰ ਜਦੋਂ ਉੱਥੇ ਫਿਊਚਰ ਨਹੀਂ ਚੰਗਾ ਦਿਖਦਾ ਤਾਂ ਉਹ ਆਪਣਾ ਪ੍ਰਾਈਵੇਟ ਕਰਦੇ ਨੇ। ਇਹਦੇ ਵਿੱਚ ਜ਼ਿੰਮੇਦਾਰ ਮੈਂ ਡਾਕਟਰਸ ਨੂੰ ਨਹੀਂ ਮੰਨੂਗਾ, ਇਹਦੇ ਵਿੱਚ ਜ਼ਿੰਮੇਦਾਰ ਮੈਂ ਮੰਨੂਗਾ ਸਾਡੇ ਐਜੂਕੇਸ਼ਨ ਸਿਸਟਮ ਨੂੰ। ਅਗਰ ਤੁਸੀਂ ਇਹੀ ਪੜ੍ਹਾਈ, ਇਹੀ ਜਿਹੜੇ ਮੈਡੀਕਲ ਦੀ ਜਿਹੜੀ ਐਜੂਕੇਸ਼ਨ ਹੈ, ਜਿਹੜੀ ਹਾਇਰ ਐਜੂਕੇਸ਼ਨ ਵਾਸਤੇ ਜਦੋਂ ਬੱਚੇ ਪੜ੍ਹ ਕੇ ਜਾਂਦੇ ਨੇ, ਤਾਂ ਉਹਦੇ ਬਾਅਦ ਜਦੋਂ ਟੈਸਟ ਕਲੀਅਰ ਕਰਕੇ PMT ਦਾ ਜਦੋਂ ਉਹਨਾਂ ਨੂੰ ਐਡਮਿਸ਼ਨ ਲੈਣਾ, ਤਾਂ ਤੁਸੀਂ ਕਾਲਜਿਸ ਇੰਨੇ ਕਿਉਂ ਨਹੀਂ ਬਣਾਉਂਦੇ ਹੈਗੇ, ਔਰ ਕਿਉਂ ਨਹੀਂ ਇੰਨੇ ਜ਼ਿਆਦਾ ਤੁਸੀਂ ਇਹਦੇ ਵਿੱਚ ਰਿਲੈਕਸੇਸ਼ਨ ਦਿੰਦੇ ਹੈਗੇ ਫੀਸਿਸ ਦੇ ਵਿੱਚ, ਤਾਂ ਕਿ ਮੈਂ ਕਹੂੰਗਾ ਘਰ ਦੇ ਵਿੱਚ ਡਾਕਟਰਸ ਕਿਉਂ ਨਹੀਂ ਹੁੰਦੇ ਹੈਗੇ? ਔਰ ਤੁਸੀਂ ਜਦੋਂ ਤੁਸੀਂ ਉਹਨਾਂ ਨੂੰ ਭਰਤੀ ਕਰਦੇ ਹੋ ਸਰਕਾਰੀ ਹੌਸਪੀਟਲਸ ਦੇ ਵਿੱਚ, ਤਾਂ ਤੁਸੀਂ ਇੱਕ ਕੰਟਰੈਕਟ ਕਿਉਂ ਨਹੀਂ ਸਾਈਨ ਕਰਾਉਂਦੇ ਉਹਨਾਂ ਕੋਲੋਂ ਕਿ ਤੁਸੀਂ 20 ਸਾਲ ਤੱਕ ਤੁਸੀਂ ਨਹੀਂ ਛੱਡ ਸਕਦੇ ਹੈਗੇ? ਔਰ ਉਹਨਾਂ ਨੂੰ ਮੈਂ ਕਹੂੰਗਾ ਕਿ ਨਾਲ ਹੀ ਇਹ ਵੀ ਮਜਬੂਰ ਨਾ ਕੀਤਾ ਜਾਵੇ ਕਿ ਉਹਨਾਂ ਨੂੰ ਤਨਖਾਹ ਜਿਹੜੀ ਹੈ 60-70 ਹਜ਼ਾਰ ਰੁਪਏ, ਉਹਨਾਂ ਦੀ ਤਨਖਾਹ ਉਹਨਾਂ ਨੂੰ ਪੈਕੇਜ ਦਿੱਤਾ ਜਾਵੇ ਬਕਾਇਦਾ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਔਰ ਬਹੁਤ ਜ਼ਿਆਦਾ ਪੈਸੇ ਖਰਚ ਕਰਕੇ ਐਜੂਕੇਸ਼ਨ ਦੇ ਉੱਪਰ ਉਹ ਇਸ ਮੁਕਾਮ 'ਤੇ ਪਹੁੰਚਦੇ ਨੇ। ਤਾਂ ਉਹਨਾਂ ਨੂੰ ਮੈਂ ਕਹੂੰਗਾ ਚੰਗਾ ਪੈਕੇਜ ਵੀ ਦੇਣਾ ਚਾਹੀਦਾ ਉਹਨਾਂ ਨੂੰ, ਘੱਟੋ ਘੱਟ ਤਨਖਾਹ ਜਿਹੜੀ ਹੈਗੀ ਹੈ 2-2 ਲੱਖ ਰੁਪਇਆ, ਤਾਂ ਕਿ ਉਹ ਆਪਣਾ ਪ੍ਰਾਈਵੇਟ ਪ੍ਰੈਕਟਿਸ ਔਰ ਜਾਂ ਫਿਰ ਹੋਰ ਪਾਸੇ ਨੂੰ ਨਾ ਦੇਖਣ ਕਿ ਅਸੀਂ ਜੋਬ ਛੱਡ ਕੇ ਕਿਤੇ ਜਾਈਏ। ਤਾਂ ਮੇਰੇ ਖਿਆਲ ਨਾਲ ਇਹ ਪੋਲਿਸੀ ਦੀ ਗੱਲ ਹੈ, ਸਰਕਾਰ ਨੂੰ ਐਸੀਆਂ ਪੋਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ ਕਿ ਐਜੂਕੇਸ਼ਨ ਸਸਤੀ ਹੋਵੇ, ਜਿਹਦੇ ਨਾਲ ਕਿ ਡਾਕਟਰਸ ਇੰਨੇ ਜ਼ਿਆਦਾ ਹੋ ਜਾਣਗੇ ਕਿ ਉਹਨਾਂ ਨੂੰ ਲੱਗੇਗਾ ਕਿ ਹਾਂ 2-2 2.5 ਲੱਖ 3-3 ਲੱਖ ਰੁਪਏ ਜਦੋਂ ਪੇ ਹੋਏਗੀ ਸਰਕਾਰੀ ਡਾਕਟਰ ਦੀ ਹੌਸਪੀਟਲਸ ਦੇ ਵਿੱਚ, ਤਾਂ ਉਹਨਾਂ ਨੂੰ ਲੱਗੇਗਾ ਕਿ ਅਸੀਂ ਉਹਦੇ ਜਾ ਕੇ ਆਪਣੀਆਂ ਸੇਵਾਵਾਂ ਦੇਈਏ ਸਿਵਲ ਹੌਸਪੀਟਲਸ ਦੇ ਵਿੱਚ ਜਾਂ ਮੈਡੀਕਲ ਕਾਲਜਿਸ ਦੇ ਵਿੱਚ, ਤਾਂ ਉਹ ਆਪਣੇ ਆਪ ਹੀ ਉੱਥੇ ਮੈਂ ਕਹੂੰਗਾ ਕਿ ਇਹਨਾਂ ਚੀਜ਼ਾਂ ਦੇ ਉੱਪਰ ਲਗਾਮ ਲੱਗ ਜਾਣੀ ਹੈ ਜਿਹੜੇ ਡਾਕਟਰ ਬਾਰ-ਬਾਰ ਅਸਤੀਫਾ ਦੇ ਕੇ ਜਾ ਰਹੇ ਹਨ। ਪਾਲਿਸੀਜ਼ ਬਦਲਣ ਦੀ ਲੋੜ ਹੈ। ਜਿਵੇਂ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਹੈਗੀ ਹੈ, ਉਧਰ ਆਪਾਂ ਜਿਹੜੇ ਸਰਕਾਰੀ ਡਾਕਟਰ ਅਸਤੀਫਾ ਦੇ ਕੇ ਜਾ ਰਹੇ ਨੇ, ਉਹਨੇ ਧੜਾ ਹਸਪਤਾਲ ਖੋਲ੍ਹ ਰਹੇ ਨੇ, ਲੇਕਿਨ ਉੱਥੇ ਆਮ ਬੰਦੇ ਦੀ ਜਿਹੜੀ ਹੈਗੀ ਇਲਾਜ ਬਹੁਤ ਮਹਿੰਗਾ ਹੈਗਾ। ਇਹਦੇ ਲਈ ਫਿਰ ਕੀ ਸਹੂਲਤ ਹੋਣੀ ਚਾਹੀਦੀ ਹੈ ਜਿਹੜੇ ਪ੍ਰਾਈਵੇਟ ਸਕੂਲ ਨੇ? ਦੇਖੋ, ਇਹਦੇ ਵਿੱਚ ਹੀ ਸਾਰੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਐਜੂਕੇਸ਼ਨ ਹੀ ਸਸਤੀ ਕਰ ਦੇਵਾਂਗੇ, ਤਾਂ ਜਦੋਂ ਡਾਕਟਰਸ, ਮੈਂ ਕਹੂੰਗਾ ਇਹਦਾ ਹੱਲ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਡਾਕਟਰਸ ਬੱਚੇ ਜਿਹੜੇ ਪੜ੍ਹ ਕੇ ਬਣਨ, ਤਾਂ ਜਿਹੜੀ ਸਿਵਲ ਹੌਸਪੀਟਲ ਦੇ ਵਿੱਚ ਵੀ ਜਦੋਂ ਭਰਤੀ ਹੁੰਦੀ ਹੈ ਤਾਂ ਬਕਾਇਦਾ ਉਹਨਾਂ ਦੇ ਟੈਸਟ ਹੁੰਦੇ ਨੇ, ਇੰਟਰਵਿਊ ਹੁੰਦੀ ਹੈ, ਤਾਂ ਉਹਨਾਂ ਦਾ ਮੈਂ ਕਹੂੰਗਾ ਬਕਾਇਦਾ ਉਹਨਾਂ ਦਾ ਕੰਟਰੈਕਟ ਇੱਕ ਸਾਈਨ ਕਰਨ ਕਿ ਤੁਸੀਂ 20 ਸਾਲ ਤੱਕ ਜਾਂ 10 ਸਾਲ ਤੱਕ ਤੁਸੀਂ ਘੱਟੋ ਘੱਟ ਇਹ ਸੇਵਾਵਾਂ ਦਿਓਗੇ ਸਿਵਲ ਹੌਸਪੀਟਲਸ ਨੂੰ, ਠੀਕ ਹੈ, ਸਰਕਾਰ ਨੂੰ। ਔਰ ਅਗਰ ਨਹੀਂ ਯਾਨੀ ਕਿ ਉਸ ਤੋਂ ਪਹਿਲਾਂ ਕੋਈ ਛੱਡ ਕੇ ਜਾਂਦਾ ਤਾਂ ਉਨੀ ਦੇਰ ਉਹ ਨਾ ਪ੍ਰੈਕਟਿਸ ਕਰ ਸਕੇ, ਉਹਨਾਂ ਦਾ ਲਾਇਸੈਂਸ ਤੁਸੀਂ ਉਸ ਟਾਈਮ ਤੱਕ ਤੁਸੀਂ ਉਹ ਕਰ ਸਕਦੇ ਹੋ। ਇਸ ਤਰੀਕੇ ਦੀ ਪਾਲਿਸੀਜ਼ ਉਹਨਾਂ ਨੂੰ ਵੀ ਯਾਨੀ ਕਿ ਕੋਈ ਨੁਕਸਾਨ ਨਾ ਹੋਵੇ, ਉਹ ਵੀ ਇੰਨਾ ਮਿਹਨਤ ਕਰਕੇ ਇੰਨੇ ਪੈਸੇ ਖਰਚ ਕਰਕੇ ਉਹ ਉੱਥੇ ਤੱਕ ਪਹੁੰਚਦੇ ਨੇ, ਤਾਂ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ, ਔਰ ਆਮ ਲੋਕਾਂ ਵਾਸਤੇ ਵੀ ਸਹੂਲਤ ਵੱਧ ਤੋਂ ਵੱਧ ਹੋਵੇ। ਉਹਦੇ ਲਈ ਇਹੀ ਹੈ ਕਿ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਐਜੂਕੇਸ਼ਨ ਸਸਤੀ ਕਰਾਂਗੇ, ਜਿੰਨੇ ਜ਼ਿਆਦਾ ਤੋਂ ਜ਼ਿਆਦਾ ਡਾਕਟਰਸ ਆ ਜਾਣਗੇ,
ਔਰ ਉਨੇ ਹੀ ਅਸੀਂ ਇੱਥੇ ਹਰ ਮੈਂ ਕਹੂੰਗਾ ਜਿਹੜੇ ਰੇਡੀਓਲੋਜਿਸਟ ਨਹੀਂ ਹੈ ਇੱਥੇ ਹੁਣ ਇੱਥੇ ਸਿਵਲ ਹਸਪੀਟਲ ਦੇ ਵਿੱਚ, ਜਿਵੇਂ ਮੈਨੂੰ ਲੱਗਦਾ 2 ਦਿਨ ਹੁੰਦੀ ਹੈ ਸਕੈਨ। ਤਾਂ ਕਿਉਂ ਨਹੀਂ ਹੈ? ਕਿਉਂਕਿ ਇੱਥੇ ਡਾਕਟਰਸ ਹੈ ਹੀ ਨਹੀਂ, ਉਹ ਸਰਕਾਰੀ ਆਉਂਦੇ ਹੀ ਨਹੀਂ ਹੈਗੇ, ਸਰਕਾਰੀ ਭਰਤੀ ਨਹੀਂ ਹੁੰਦੇ, ਇਸ ਲਈ ਉਹਨਾਂ ਨੂੰ ਕੰਟਰੈਕਟ ਕਰਨਾ ਪੈਂਦਾ ਸਰਕਾਰ ਨੂੰ, ਜਿਹੜੇ ਪ੍ਰਾਈਵੇਟ ਡਾਕਟਰਸ ਨੇ। ਇਸੇ ਲਈ ਸਾਨੂੰ ਇਹੀ ਇਹਦਾ ਹੱਲ ਹੈ ਕਿ ਤੁਸੀਂ ਪੜ੍ਹਾਈ ਸਸਤੀ ਕਰੋ, ਜ਼ਿਆਦਾ ਤੋਂ ਜ਼ਿਆਦਾ ਡਾਕਟਰਸ ਆਉਣ, ਔਰ ਉਹ ਜਦੋਂ ਉੱਥੇ ਭਰਤੀ ਹੋਵੇ ਤਾਂ ਉਹਨਾਂ ਨਾਲ ਇੱਕ ਸਾਈਨ ਕੀਤਾ ਜਾਵੇ ਕੰਟਰੈਕਟ ਕਿ ਤੁਸੀਂ ਇੰਨੀ ਦੇਰ ਨਹੀਂ ਛੱਡ ਕੇ ਜਾ ਸਕੋਗੇ, ਔਰ ਅਗਰ ਕੋਈ ਛੱਡ ਕੇ ਜਾਂਦਾ ਤਾਂ ਉਹਨਾਂ ਨੂੰ ਉਸ ਟਾਈਮ ਤੱਕ ਲਾਇਸੈਂਸ ਉਹਨਾਂ ਦਾ ਨਾ ਦਿੱਤਾ ਜਾਵੇ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ। ਦੂਜੀ ਗੱਲ ਇਹ, ਜਿਵੇਂ ਹਸਪਤਾਲਾਂ ਵਿੱਚ ਜਿਹੜੇ ਡਾਕਟਰ ਮੌਜੂਦਾ ਨੇ ਉਹ ਇੱਕ ਆਪਣੇ ਜਿਹੜਾ ਆਫਿਸ ਆ ਉਹਦੇ ਤੇ ਇੱਕ ਪਰਚਾ ਲਾ ਦਿੰਦੇ ਵੀ ਡਾਕਟਰ ਛੁੱਟੀ ਦੀ ਹੈ ਜੀ, ਠੀਕ ਹੈ, ਪਰ ਉੱਥੇ ਲੋਕ ਜਿਹੜੇ ਨੇ ਬੜੇ ਪਰੇਸ਼ਾਨ ਤੇ ਹੈਰਾਨ ਹੁੰਦੇ ਨੇ ਵੀ ਉਹ ਡਾਕਟਰਾਂ ਨੂੰ ਕੀ ਤੁਸੀਂ ਕਹੋਗੇ? ਦੇਖੋ ਕੋਈ ਵੀ ਜਿਹੜਾ ਹਸਪੀਟਲ ਹੈ ਉਹਨੂੰ ਚਲਾਉਣ ਦੇ ਲਈ ਜਦ ਤੱਕ ਉੱਥੇ ਪ੍ਰੋਪਰ ਮੈਂ ਕਹੂੰਗਾ ਕਿ ਗਿਣਤੀ ਪੂਰੀ ਨਹੀਂ ਹੁੰਦੀ, ਸਾਰੇ ਜਿੰਨੇ ਵੀ ਉੱਥੇ ਵੈਕੈਂਸੀਜ਼ ਹੁੰਦੀਆਂ ਨੇ ਡਾਕਟਰਸ ਦੀਆਂ ਜਿੰਨੀਆਂ, ਉਹ ਜਦ ਤੱਕ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਤਾਂ ਇਹੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਤੱਕ ਅਸੀਂ ਜੇ ਉੱਥੇ ਜ਼ਰੂਰਤ ਹੈਗੀ ਮੰਨ ਲਓ 50 ਡਾਕਟਰਸ ਦੀ, ਉੱਥੇ ਹੋਣਗੇ ਉੱਥੇ 10, ਤਾਂ ਉੱਥੇ ਇਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਕਿਸੇ ਨੂੰ ਕੋਈ ਮਜਬੂਰੀ ਵਸ਼ ਬਾਹਰ ਜਾਣਾ ਪੈਂਦਾ, ਕਿਸੇ ਨੂੰ ਕੋਈ ਮੰਨ ਲਓ ਕੋਈ ਕਿਸੇ ਦੇ ਮਿਸ ਹੈਪਨਿੰਗ ਹੋ ਜਾਂਦੀ ਹੈ, ਜਾਂ ਕਿਸੇ ਨੇ ਵੈਸੇ ਵੀ ਆਪਣੀ ਜਿਹੜੀ ਆਪਣੀ ਪਰਸਨਲ ਲਾਈਫ ਹੈ ਉਹਨੂੰ ਵੀ ਇੰਜੋਏ ਕਰਨਾ ਕਿਸੇ ਨੇ, ਤਾਂ ਉਹ ਅਗਰ ਬਾਹਰ ਜਾਂਦੇ ਵੀ ਨੇ ਕਿਤੇ ਤਾਂ ਫਿਰ ਉੱਥੇ ਆਮ ਪਬਲਿਕ ਦੀ ਤਾਂ ਪਰੇਸ਼ਾਨੀ ਉਹਨਾਂ ਨੂੰ ਤਾਂ ਹੋਣੀ ਹੈ। ਇਸ ਲਈ ਜਦ ਤੱਕ ਅਸੀਂ ਪ੍ਰੋਪਰ ਉਹਨਾਂ ਦੇ ਪੂਰੀ ਨਹੀਂ ਉੱਥੇ ਅਗਰ MD ਡਾਕਟਰਸ ਹੀ ਉੱਥੇ 5-5 6-6 ਹੋਣਗੇ ਤਾਂ ਉਹ ਦੂਸਰੇ ਡਾਕਟਰਸ ਉਹਨਾਂ ਦੀ ਜਗ੍ਹਾ ਦੇ ਉੱਪਰ ਉਸ ਦਿਨ ਉੱਥੇ ਉਹਨਾਂ ਨੂੰ ਟਰੀਟ ਕਰ ਸਕਦੇ ਨੇ, ਉਹਨਾਂ ਨੂੰ ਟਰੀਟਮੈਂਟ ਦੇ ਸਕਦੇ ਨੇ ਜਿਹੜੇ ਆਪਣੇ ਮਰੀਜ਼ ਨੇ। ਇਹਦਾ ਹੱਲ ਤਾਂ ਇਹੀ ਹੈ ਕਿ ਤੁਸੀਂ ਭਰਤੀਆਂ ਪ੍ਰੋਪਰ ਕਰੋਗੇ ਤਾਂ ਹੀ ਉਹਦਾ ਕੋਈ ਹੱਲ ਹੋਣਾ, ਅਦਰਵਾਈਜ਼ ਨਹੀਂ ਇਹਦਾ ਕੋਈ ਪ੍ਰੋਪਰ ਹੱਲ। ਦੂਜੀ ਗੱਲ, ਜਿਵੇਂ ਆਪਾਂ ਹੁਣ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਹੈ ਵਕਫ ਬੋਰਡ ਦੇ ਨਾਮ ਤੇ ਇੱਕ ਬੜਾ ਚਰਚੇ ਹੋ ਰਿਹਾ ਮਲੇਰਕੋਟਲੇ ਵਿੱਚ, ਇਹਦੇ ਵਿੱਚ ਤੁਸੀਂ ਕੀ ਕਹੋਗੇ? ਉਹ ਵਕਫ ਬੋਰਡ ਦਾ ਸਾਰਿਆਂ ਦਾ ਆਪਣਾ ਡਿਫਰੈਂਟ ਓਪੀਨੀਅਨ ਹੈ, ਮੇਰਾ ਆਪਣਾ ਅਲੱਗ ਇੱਕ ਡਿਫਰੈਂਟ ਓਪੀਨੀਅਨ ਹੈ ਇਹਦੇ ਉੱਪਰ। ਜੋ ਵਕਫ ਬੋਰਡ ਦੀ ਜੋ ਲਗਾਤਾਰ ਇੱਥੇ ਚੱਲ ਰਿਹਾ ਹੈ ਕਿ ਇਹਦੇ 'ਤੇ ਇਲੈਕਸ਼ਨ ਕਰਾਏ ਜਾਣ, ਜਾਂ ਉਹ ਮੇਰੇ ਖਿਆਲ ਨਾਲ ਦੇਖੋ ਮੇਰਾ ਇਹ ਓਪੀਨੀਅਨ ਹੈ ਕਿ ਅਗਰ ਤੁਸੀਂ ਇਲੈਕਸ਼ਨਸ ਕਰਵਾਓਗੇ ਵਕਫ ਬੋਰਡ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਕਰਪਸ਼ਨ ਹੋਰ ਜ਼ਿਆਦਾ ਵਧੇਗੀ, ਕਿਉਂਕਿ ਜਿਹੜੇ ਬੰਦੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਕੁ ਦੇਖੋ ਚੰਗੇ ਬੰਦੇ ਰਾਜਨੀਤੀ ਦੇ ਵਿੱਚ ਜੇ ਅਸੀਂ ਸੋਚੀਏ ਤਾਂ ਬਹੁਤ ਘੱਟ ਯਾਨੀ ਕਿ ਬੰਦੇ ਐਸੇ ਨੇ ਜਿਹੜੇ ਰਾਜਨੀਤੀ ਵੱਲ ਨੂੰ ਆਉਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਅਗਰ ਕੋਈ ਬੰਦੇ ਐਸੇ ਮੰਨ ਲਓ ਕੋਈ ਇਨਵੈਸਟਮੈਂਟ ਪਰਪਸ ਦੇ ਨਾਲ ਕਿ ਹਾਂਜੀ ਅਗਰ ਅੱਜ ਅਸੀਂ ਇਹਦੇ ਵਿੱਚ ਕਰੋੜ ਰੁਪਇਆ ਲਾ ਕੇ ਜਾਂ 50 ਲੱਖ ਜਾਂ 40 ਲੱਖ ਰੁਪਇਆ ਖਰਚ ਕਰਕੇ ਵਕਫ ਬੋਰਡ ਦੇ ਜਿਹੜੇ ਇਲੈਕਸ਼ਨਸ ਕੰਟੈਸਟ ਕਰਕੇ ਉਹ ਜੇ ਮੈਂਬਰ ਬਣਨਗੇ ਜਾਂ ਕੋਈ ਚੇਅਰਮੈਨ ਬਣੇਗਾ ਤਾਂ ਫਿਰ ਉਹ ਤਾਂ ਫਿਰ ਆਪਣਾ ਰਾਈਟ ਸਮਝਣਗੇ ਕਰਪਸ਼ਨ ਨੂੰ ਕਿ ਅਸੀਂ ਇੰਨੇ ਪੈਸੇ ਖਰਚ ਕਰਕੇ ਆਏ ਹਾਂ ਇਲੈਕਸ਼ਨ ਦੇ ਉੱਪਰ, ਤਾਂ ਇਹ ਹੁਣ ਅਸੀਂ ਇੰਨੇ ਪੈਸੇ ਉਹਨਾਂ ਨੇ ਕਹਿਣਗੇ ਕਿ ਅਸੀਂ ਇੰਨੇ ਪਹਿਲਾਂ ਪੂਰੇ ਕਰਨੇ। ਤਾਂ ਮੈਨੂੰ ਲੱਗਦਾ ਕਿ ਜਦੋਂ ਵੀ ਤੁਸੀਂ ਅਸੈਂਬਲੀ ਇਲੈਕਸ਼ਨ ਹੁੰਦੇ ਨੇ, ਜਿਵੇਂ ਹੁਣ ਡਾਕਟਰ ਸਾਹਿਬ ਚੁਣੇ ਨੇ ਮਲੇਰਕੋਟਲਾ ਦੇ ਵਿੱਚੋਂ, ਤਾਂ ਉਸ ਟਾਈਮ ਹੀ ਤੁਸੀਂ ਇਹ ਸੋਚ ਕੇ ਹੀ ਵੋਟ ਕਰੋ ਕਿ ਜਿਨ੍ਹਾਂ ਨੂੰ ਅਸੀਂ ਹੁਣ ਵੋਟ ਕਰ ਰਹੇ ਹਾਂ ਤਾਂ ਇਹੀ ਸਾਡੇ ਵਕਫ ਬੋਰਡ ਦੇ ਅੱਗੇ ਚੇਅਰਮੈਨ ਹੋਣਗੇ, ਕਿ ਇਹਨਾਂ ਦੇ ਹੀ ਮੈਂਬਰਸ ਹੋਣਗੇ ਇਹੀ ਪਾਰਟੀ ਦੇ। ਇਸ ਤਰੀਕੇ ਦੇ ਨਾਲ ਅਸੈਂਬਲੀ ਇਲੈਕਸ਼ਨ ਦੇ ਵਿੱਚ ਹੀ ਮੈਂ ਕਹੂੰਗਾ ਸੋਚ ਸਮਝ ਕੇ ਇਸੇ ਤਰੀਕੇ ਨਾਲ ਹੀ ਵੋਟ ਕਰਨੀ ਚਾਹੀਦੀ ਹੈ ਕਿ ਜਿਸ ਪਾਰਟੀ ਨੂੰ ਤੁਸੀਂ ਜਿਤਾਓ ਕਿ ਉਸੇ ਪਾਰਟੀ ਦੇ ਹੀ ਮੈਂਬਰਸ ਹੋਣਗੇ, ਉਸੇ ਪਾਰਟੀ ਦੇ ਹੀ ਚੇਅਰਮੈਨ ਹੋਣਗੇ। ਇਹ ਤੁਹਾਡੇ ਕੋਲ ਉਸ ਟਾਈਮ ਮੌਕਾ ਹੁੰਦਾ। ਜੇ ਕਹੋਗੇ ਸੈਪਰੇਟ ਇਲੈਕਸ਼ਨ ਕਰਵਾਉਣਾ ਉਹਦੇ ਵਿੱਚ ਤਾਂ ਫਿਰ ਹੁਣ ਕਿਸੇ ਵੀ ਹੁਣ ਜਿਹੜੀਆਂ ਹੋਊਗੀ ਹਾਰੀਆਂ ਹੋਈਆਂ ਪਾਰਟੀਆਂ ਨੇ ਉਹਨਾਂ ਦੇ ਵੀ ਨੁਮਾਇੰਦੇ ਆਉਣਗੇ, ਉਹ ਕਹਿਣਗੇ ਅਸੀਂ ਪੈਸੇ ਦੇ ਜ਼ੋਰ ਦੇ ਉੱਪਰ ਜਾਂ ਕੋਈ ਕਿਸੇ ਤਰੀਕੇ ਨਾਲ ਕੋਈ ਵੀ ਢੰਗ ਹਰਬਾ ਜਰਬਾ ਜੋ ਵੀ ਇਸਤੇਮਾਲ ਕਰਨਗੇ ਉਹਦੇ ਨਾਲ ਉਹ ਇੱਕ ਵਾਰੀ ਜਦੋਂ ਚੁਣੇ ਜਾਣਗੇ ਤਾਂ ਫਿਰ ਮੈਨੂੰ ਲੱਗਦਾ ਕਿ ਉਹਦੇ ਨਾਲ ਅਸੀਂ ਕਰਪਸ਼ਨ ਨੂੰ ਹੀ ਬੜਾਵਾ ਦੇਵਾਂਗੇ ਵਕਫ ਬੋਰਡ ਦੇ ਵਿੱਚ। ਹੋਰ ਹੁਣ ਤਾਂ ਬਲਕਿ ਅਸੀਂ ਇਹ ਮੰਗ ਵੀ ਕਰ ਸਕਦੇ ਹਾਂ, ਸਾਡੇ ਜਿਹੜੇ MLA ਸਾਹਿਬ ਨੇ ਜਾਂ ਸਾਡੇ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਚੰਗੇ ਬੰਦੇ ਇਹਦੇ ਵਿੱਚ ਚੁਣੇ ਜਾਣ ਅਤੇ ਜਿਹੜੇ ਬੰਦੇ ਕਰਪਟ ਨਾ ਹੋਣ, ਜਾਂ ਜਿਹੜੇ ਬੰਦਿਆਂ ਦੇ ਉੱਪਰ ਕੋਈ ਯਾਨੀ ਕਿ ਉਹ ਨਾ ਹੋਵੇ, ਕੋਈ ਆਲਿਮ ਵੀ ਇਹਦੇ ਵਿੱਚ ਮੈਂਬਰਸ ਚੁਣੇ ਜਾ ਸਕਦੇ ਨੇ, ਜਿਨ੍ਹਾਂ ਨੂੰ ਕੋਈ ਮੁਫਤੀ ਸਾਹਿਬ ਕੋਈ ਇਸ ਤਰੀਕੇ ਦੇ ਕੋਈ ਆਪਣੇ ਇੱਥੇ ਮਲੇਰਕੋਟਲੇ ਦੇ ਬਹੁਤ ਮੁਫਤੀ ਸਾਹਿਬਾਨ ਇੱਥੇ ਮਲੇਰਕੋਟਲੇ ਦੇ ਵੀ ਜਿਨ੍ਹਾਂ ਨੂੰ ਦੀਨ ਦੀ ਨੌਲੇਜ ਵੀ ਹੈਗੀ ਹੈ, ਤਾਂ ਐਸੇ ਕੋਈ ਅੱਛੇ ਬੰਦੇ ਅਗਰ ਤੁਸੀਂ ਕਹੋਗੇ ਤਾਂ ਉਹ ਨੋਮੀਨੇਟ ਹੋ ਜਾਣਗੇ ਉਹਦੇ ਵਿੱਚ। ਮਗਰ ਜੇ ਤੁਸੀਂ ਕਹੋਗੇ ਕਿ ਇਲੈਕਸ਼ਨਸ ਹੋਣ ਤਾਂ ਮੇਰੇ ਖਿਆਲ ਨਾਲ ਇਲੈਕਸ਼ਨਸ ਨਹੀਂ ਹੋਣੇ ਚਾਹੀਦੇ। ਔਰ ਦੂਸਰਾ ਜਿਹੜਾ ਇੱਕ ਮੁੱਦਾ ਹੋਰ ਸੀਗਾ ਕਿ ਵਕਫ ਬੋਰਡ ਦੀਆਂ ਜ਼ਮੀਨਾਂ ਖਾਲੀ ਕਰਾਉਣ ਵਾਸਤੇ ਵੀ ਕੁਛ ਮੇਰੇ ਬ੍ਰਦਰਸ ਵੱਲੋਂ ਮੰਗ ਚੱਕੀ ਜਾ ਰਹੀ ਹੈ, ਤਾਂ ਆਲਰੇਡੀ ਜਿਹੜਾ ਇੱਕ ਟ੍ਰਿਬਿਊਨਲ ਹੈ ਵਕਫ ਟ੍ਰਿਬਿਊਨਲ ਹੈ
ਉਹ ਬਣਿਆ ਹੋਇਆ ਕਿ ਹਾਂਜੀ ਅਗਰ ਕੋਈ ਇਨਕਰੋਚਮੈਂਟ ਕਰਦਾ ਜਾਂ ਕੋਈ ਉੱਥੇ ਕੋਈ ਰੈਂਟ ਦੇ ਰਿਹਾ ਤਾਂ ਉੱਥੇ ਉਹ ਜਾ ਕੇ ਉਹਦੇ ਵਿੱਚ ਪੂਰਾ ਇੱਕ ਪ੍ਰੋਸੈਸ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਹ ਖਾਲੀ ਕਰਵਾਉਣ ਵਾਸਤੇ ਇੱਕ ਪ੍ਰੋਸੀਡਿੰਗਸ ਨੇ ਉਹਦੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਔਰ ਹੌਲੀ ਹੌਲੀ ਉਹਦੇ ਵਿੱਚ ਆਰਡਰ ਹੁੰਦਾ ਔਰ ਉਹ ਖਾਲੀ ਹੁੰਦੀਆਂ ਨੇ। ਮਗਰ ਮੇਰਾ ਸਰਕਾਰ ਨੂੰ ਅਗਰ ਕੁਛ ਮੰਗਣਾ ਹੀ ਅਸੀਂ ਸਰਕਾਰ ਤੋਂ ਤਾਂ ਮੈਂ ਕਹੂੰਗਾ ਕਿ ਉਹਨਾਂ ਨੂੰ ਪਾਵਰਸ ਐਸੀਆਂ ਦਿੱਤੀਆਂ ਜਿਵੇਂ ਸਰਫੇਸੀ ਐਕਟ ਹੈ ਬੈਂਕਾਂ ਦਾ, ਉਹਦੇ ਵਿੱਚ ਸੈਕਸ਼ਨ 14 ਦੇ ਵਿੱਚ ਆਲਰੇਡੀ ਪਾਵਰ ਜਿਵੇਂ DC ਸਾਹਿਬ ਨੂੰ ਨੇ ਕਿ ਸਿੱਧਾ ਜਾਓ ਤੁਸੀਂ ਜਿਹੜਾ ਕਿਸੇ ਨੇ ਇਨਕਰੋਚਮੈਂਟ ਕੀਤੀ ਹੈ ਕੋਈ ਪ੍ਰਾਪਰਟੀ ਆਪਣੀ ਦੱਬੀ ਹੋਈ ਹੈ ਜਿਵੇਂ ਇੱਥੇ ਵਕਫ ਬੋਰਡ ਦੀ ਕੋਈ ਉਹਦਾ ਰੈਂਟ ਦੇ ਰਿਹਾ ਹੈਗਾ ਤਾਂ ਉੱਥੇ ਜਾ ਕੇ ਸਿੱਧਾ ਜਿਵੇਂ ਸੈਕਸ਼ਨ 14 ਦੇ ਵਿੱਚ ਉਹਨਾਂ ਕੋਲ ਪਾਵਰਾਂ ਨੇ ਤਾਂ ਉਹ ਸਿੱਧੀ ਆਰਡਰ ਕਰ ਸਕਦੇ ਨੇ ਕਿ ਉਹਦੇ ਉੱਪਰ ਕਬਜ਼ਾ ਕਰੋ। ਪੁਲਿਸ ਜਾਂਦੀ ਹੈ ਨਾਲ ਉੱਥੇ ਜਾ ਕੇ ਉੱਥੇ ਕਬਜ਼ਾ ਕਰਾ ਦਿੰਦੇ ਨੇ ਉੱਥੇ। ਤਾਂ ਇਸੇ ਤਰੀਕੇ ਦੇ ਨਾਲ ਮੈਂ ਕਹੂੰਗਾ ਕਿ ਐਸੀਆਂ ਹੀ ਕੁਝ ਪਾਵਰਾਂ ਜਿਹੜੀਆਂ ਉਹਦੇ ਵਿੱਚ ਸੋਧ ਕਰਕੇ ਉਹ ਇਹਨਾਂ ਨੂੰ ਡੈਡੀਕੇਟ ਕੀਤੀਆਂ ਜਾਣ ਤਾਂ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਪ੍ਰੋਸੈਸ ਸ਼ੁਰੂ ਕਰਕੇ ਜਿਹੜੀਆਂ ਵਕਫ ਜ਼ਮੀਨਾਂ ਦੇ ਉੱਪਰ ਨਜਾਇਜ਼ ਕਬਜ਼ੇ ਹੈਗੇ ਨੇ ਵੀ ਉਹਨਾਂ ਤੋਂ ਹਟਾਇਆ ਜਾਵੇ ਤਾਂ ਕਿ ਉਹਨਾਂ ਨੂੰ ਦੁਬਾਰਾ ਨਵੇਂ ਸਿਰੇ ਦੇ ਉੱਪਰੋਂ ਉਹਨਾਂ ਨੂੰ ਕਿਰਾਏ 'ਤੇ ਦੇ ਕੇ ਰੈਂਟ ਆਊਟ ਕਰਕੇ ਉਹਨਾਂ ਤੋਂ ਚੰਗੀ ਆਮਦਨ ਲੈ ਕੇ ਇੱਥੇ ਜਿਹੜੇ ਜਿਨ੍ਹਾਂ ਦਾ ਅਸਲ ਹੱਕ ਹੈ ਯਤੀਮਾਂ ਦਾ ਮਸਕੀਨਾਂ ਦਾ ਵਿਆਵਾਂ ਦਾ ਉਹਨਾਂ ਤੱਕ ਉਹ ਪਹੁੰਚਾਇਆ ਜਾਵੇ। ਸਾਡੇ ਜਿਹੜੇ ਆਲਮੇ ਦੀਨ ਨੇ ਇਹ ਜਿਹੜੇ ਮੌਲਵੀ ਸਾਹਿਬਾਨ ਨੇ ਮੈਂ ਪਹਿਲਾਂ ਸ਼ੁਰੂ ਤੋਂ ਮੇਰੀ ਮੰਗ ਇਹੀ ਰਹੀ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਤੁਸੀਂ 20,000 ਰੁਪਇਆ 15,000 ਰੁਪਇਆ ਕਿਉਂ ਨਹੀਂ ਉਹਨਾਂ ਦੀ ਤੁਸੀਂ ਵਕਫ ਬੋਰਡ ਵੱਲੋਂ ਪੇ ਕਰਦੇ ਹੈਗੇ। ਬਹੁਤ ਦੇਰ ਦਾ ਸਾਡਾ ਫੈਡਰੇਸ਼ਨ ਵੱਲੋਂ ਮੁੱਦਾ ਇਹ ਚੱਕਿਆ ਹੋਇਆ ਤਾਂ ਇਹ ਤਾਂ ਹੀ ਮੁਮਕਿਨ ਹੈ ਜਦੋਂ ਉਹਨਾਂ ਦੀ ਆਮਦਨ ਵਕਫ ਬੋਰਡ ਦੀ ਵਧੇਗੀ। ਉਹਦਾ ਇੱਕ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਸਰਕਾਰ ਤੋਂ ਮੰਗ ਕਰੀਏ ਕਿ ਇਹਨਾਂ ਨੂੰ ਜ਼ਮੀਨਾਂ ਨੂੰ ਖਾਲੀ ਕਰਾਉਣ ਵਾਸਤੇ ਕਾਨੂੰਨ ਦੇ ਵਿੱਚ ਹੀ ਸੋਧ ਕੀਤੀ ਜਾਵੇ ਔਰ ਜ਼ਿਆਦਾ ਪਾਵਰਾਂ ਦਿੱਤੀਆਂ ਜਾਣ। ਤੇ ਜਿਵੇਂ ਹੁਣ ਜਿਹੜਾ ਹੈਗਾ ਪੰਜਾਬ ਬੋਰਡ ਜਿਹੜਾ ਹੈਗਾ ਇਹ ਜਦੋਂ ਹੋਂਦ 'ਚ ਆਇਆ ਤਾਂ ਇਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕਿਉਂ ਬਣਾਇਆ ਕੀ ਕੰਮ ਕਰਦਾ ਇਹ ਇਹਦੇ ਬਾਰੇ ਥੋੜ੍ਹਾ ਜਿਹਾ ਦੇਖੋ ਜਿਹੜੀ ਵਕਫ ਪ੍ਰੋਪਰਟੀ ਹੈ ਉਹਦੀ ਜੇ ਅਹਿਲੇ ਇਸਲਾਮ ਜਦੋਂ ਕਹਿੰਦੇ ਤਾਂ ਉਹਦੀ ਮਲਕੀਅਤ ਜਿਹੜੀ ਇਸਲਾਮ ਨੂੰ ਮੰਨਣ ਵਾਲੇ ਯਾਨੀ ਕਿ ਉਹ ਵਕਫ ਉਹਦੀ ਮਾਲਕੀ ਅੱਲਾ ਦੀ ਹੋਊਗੀ ਉਹ ਦੁਬਾਰਾ ਨਹੀਂ ਵਾਪਸ ਨਹੀਂ ਹੋ ਸਕਦੀ ਹੁੰਦੀ। ਅਗਰ ਕੋਈ ਵਕਫ ਹੋ ਜਾਵੇ ਜ਼ਮੀਨ ਤਾਂ ਉਹਦਾ ਪਰਪਸ ਇਹੀ ਹੁੰਦਾ ਕਿ ਉਹਨਾਂ ਤੋਂ ਜਿਹੜੀ ਆਮਦਨ ਹੁੰਦੀ ਹੈ ਉਸ ਪ੍ਰੋਪਰਟੀ ਤੋਂ ਉਹਦੇ ਨਾਲ ਜਿਹੜੇ ਯਤੀਮ ਨੇ ਗਰੀਬ ਨੇ ਜਿਨ੍ਹਾਂ ਦਾ ਹੱਕ ਹੈ ਬੇਵਾਵਾਂ ਨੇ ਜਾਂ ਗਰੀਬ ਤਬਕਾ ਹੈ ਕੋਈ ਉਹਨਾਂ ਦੇ ਬਿਮਾਰ ਹੈ ਕੋਈ ਜਾਂ ਜਿਵੇਂ ਹੁਣ ਪਿੱਛੇ ਸ਼ੁਰੂ ਕੀਤਾ ਸੀਗਾ ਆਪਣਾ ਉਹਨਾਂ ਦੀ ਲੜਕੀਆਂ ਦੀ ਮੈਰਿਜ ਦੇ ਉੱਪਰ ਵੈਸੇ ਉਹ ਕੰਸੈਪਟ ਤਾਂ ਹੈ ਨਹੀਂ ਕੋਈ ਇਸਲਾਮ ਦੇ ਵਿੱਚ ਦਹੇਜ ਦਾ ਮਗਰ ਉਹਦੇ ਵਾਸਤੇ ਵੀ ਚਲੋ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਅੱਛੀ ਗੱਲ ਹੈ। ਅਤੇ ਉਹ ਸਾਰਾ ਜੋ ਪੈਸਾ ਹੈ ਉਹ ਇਹਨਾਂ ਦਾ ਜੋ ਮੁਸਤਹਿਕ ਨੇ ਉਹਨਾਂ ਦੇ ਉੱਪਰ ਖਰਚ ਕਰਨ ਦਾ ਹੁਕਮ ਹੈ। ਉਹਨਾਂ ਨੂੰ ਜਿਹੜੀਆਂ ਪ੍ਰੋਪਰਟੀਆਂ ਸੀ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਜਿਵੇਂ ਪਹਿਲਾਂ ਤੁਸੀਂ ਦੇਖਿਆ ਹੋਊਗਾ 1938 ਦੇ ਵਿੱਚ UP ਵਕਫ ਬੋਰਡ ਦੇ ਅੰਡਰ ਹੀ ਜ਼ਿਆਦਾਤਰ ਸਾਰੇ ਸਟੇਟਾਂ ਦੇ ਦਿੱਤੇ ਹੋਏ ਸੀਗੇ ਉਹਨਾਂ ਨੇ। ਉਸ ਤੋਂ ਬਾਅਦ ਆਈ ਥਿੰਕ 1954 ਦੇ ਵਿੱਚ ਇਹਨਾਂ ਨੇ ਸਾਰੀਆਂ ਸਟੇਟਾਂ ਦੇ ਅਲੱਗ-ਅਲੱਗ ਵੀ ਇਹਨਾਂ ਨੇ ਬਣਾ ਕੇ ਬੋਰਡ ਨੇ ਜਿਹੜੇ ਉਹਨਾਂ ਨੂੰ ਉਹ ਕਰਤੇ ਸੀਗੇ ਗਠਿਤ ਕਰਤੇ ਸੀਗੇ ਅਲੱਗ-ਅਲੱਗ ਸਟੇਟਾਂ ਦੇ। ਤਾਂ ਇਹਨਾਂ ਦਾ ਕੰਮ ਇਹੀ ਹੁੰਦਾ ਕਿ ਜਿਹੜੀਆਂ ਪ੍ਰੋਪਰਟੀਜ਼ ਨੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਉਹਨਾਂ ਤੋਂ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਔਰ ਜਿਹੜੇ ਜ਼ਰੂਰਤਮੰਦ ਨੇ ਮੁਸਲਿਮ ਭਾਈਚਾਰੇ ਦੇ ਵਿੱਚ ਉਹਨਾਂ ਦੇ ਉੱਪਰ ਮੁਸਤਹਿਕ ਨੇ ਗਰੀਬ ਯਤੀਮ ਮਸਕੀਨ ਬੇਵਾਵਾਂ ਇਹਨਾਂ ਦੇ ਉੱਪਰ ਖਰਚ ਕੀਤਾ ਜਾਵੇ। ਔਰ ਜਿਵੇਂ ਕਿ ਹੁਣ ਕਈ ਮਸਜਿਦਾਂ ਦੇ ਉੱਪਰ ਤਮੀਰ ਕਰਵਾਈਆਂ ਜਾਣ ਮਸਜਿਦਾਂ ਦੇ ਇਮਾਮ ਨੇ ਉਹਨਾਂ ਨੂੰ ਜਿਵੇਂ ਤਨਖਾਹਾਂ ਜਾ ਰਹੀਆਂ ਨੇ ਤਾਂ ਇਹਨਾਂ ਦੇ ਉੱਪਰ ਮੈਂ ਕਹੂੰਗਾ ਔਰ ਜਿਹੜੇ ਐਜੂਕੇਸ਼ਨਲ ਇੰਸਟੀਚਿਊਟਸ ਨੇ ਉਹਨਾਂ ਨੂੰ ਬਹੁਤ ਬਿਹਤਰ ਕੀਤਾ ਜਾ ਸਕਦਾ। ਇਹ ਜੋ ਸਹੀ ਤਰੀਕੇ ਪਿੱਛੇ ਜੇ IAS ਆਫਿਸਰਸ ਕੁਛ ਆਏ ਸੀਗੇ ਪੰਜਾਬ ਦੇ ਵਿੱਚ ਤਾਂ ਉਹਨਾਂ ਵੱਲੋਂ ਬਹੁਤ ਅੱਛੇ ਉਪਰਾਲੇ ਜਿਵੇਂ ਆਪਣੇ ਸ਼ੌਕਤ ਪਾਰੇ ਸਾਹਿਬ ਨੇ ਬਹੁਤ ਅੱਛੇ ਉਪਰਾਲੇ ਕੀਤੇ ਸੀਗੇ ਕਿ ਇਹਨਾਂ ਨੂੰ ਅਪਲਿਫਟ ਕਰਨ ਲਈ ਜੋ ਐਜੂਕੇਸ਼ਨਲ ਇੰਸਟੀਚਿਊਟਸ ਨੇ ਜਿਹੜੇ ਇਹਦੇ ਅੰਡਰ ਚੱਲ ਰਹੇ ਨੇ ਵਕਫ ਬੋਰਡ ਦੇ ਤਾਂ ਬਹੁਤ ਅੱਛੇ ਉਪਰਾਲੇ ਨੇ। ਇਹਨਾਂ ਨੂੰ ਜਦ ਤੱਕ ਅਸੀਂ ਇਹਨਾਂ ਨੂੰ ਬਿਹਤਰ ਨਹੀਂ ਕਰਾਂਗੇ ਠੀਕ ਹੈ ਇਹਨਾਂ ਨੂੰ ਅਪਗ੍ਰੇਡ ਨਹੀਂ ਕਰਾਂਗੇ ਇਹਨਾਂ ਨੂੰ ਜ਼ਮਾਨੇ ਦੇ ਹਿਸਾਬ ਨਾਲ ਜ਼ਰੂਰਤ ਦੇ ਹਿਸਾਬ ਦੇ ਨਾਲ ਅੱਜ ਦੇ ਦੌਰ ਦੇ ਮੁਤਾਬਕ ਐਜੂਕੇਸ਼ਨ ਨਹੀਂ ਉਹਨਾਂ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਤਾਂ ਮੈਂ ਕਹੂੰਗਾ ਕਿ ਇੱਕ ਨਾਇਨਸਾਫੀ ਹੋਊਗੀ ਸਾਡੀ ਕੌਮ ਦੇ ਨਾਲ। ਅਤੇ ਇਸੇ ਲਈ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਜੋ ਸ਼ੁਰੂ ਤੋਂ ਸਾਡਾ ਮੁੱਦਾ ਵੀ ਇਹੀ ਚੱਲਦਾ ਰਿਹਾ ਜਦ ਤੱਕ ਇਹ ਕੌਮ ਐਜੂਕੇਟ ਨਹੀਂ ਹੋਊਗੀ ਅਸੀਂ ਸਾਡੇ ਇਸ ਤਰੀਕੇ ਦੇ ਨਾਲ ਹੀ ਜਿਵੇਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜ਼ੁਲਮ ਹੋ ਰਹੇ ਨੇ ਅਸੀਂ ਇੱਦਾਂ ਹੀ ਛਿੱਤਰ ਖਾਂਦੇ ਰਹਾਂਗੇ। ਇਸ ਲਈ ਸਭ ਤੋਂ ਪਹਿਲਾਂ ਮੈਂ ਉਸ ਦਿਨ ਵੀ ਕਿਹਾ ਸੀ ਕਿ ਆधी रोटी खाएंगे मगर बच्चों को पढ़ाएंगे मुसलमानों का नारा अजे होना चाहिए। हर घर दे विचों ठीक है कोई ना कोई अफसर कोई ना कोई वैल एजुकेटेड बंदा कोई दीनदार बंदा नॉलेज इलम हासिल जिंदगी के पहले जदों जो ठीक है होश संभालो और आखिरी सांस तक जो सानू इस्लाम का भी हुक्म है इलम हासिल करते रहो और चंगी क्वालिटी का जोड़ा दीन और दुनियावी इलम भी जो दुनिया के चल रहा है जिमें हुण कंपीटिटिव एग्जाम ने कोई भी तुमने
ਜੋਬ ਲੈਣੀ ਹੈ ਤਾਂ ਤੁਸੀਂ ਉਹਦੇ ਜਦੋਂ ਤੱਕ ਐਗਜ਼ਾਮ ਕਰੈਕ ਨਹੀਂ ਕਰਦੇ, ਕਲੀਅਰ ਨਹੀਂ ਕਰਦੇ, ਜਦ ਤੱਕ ਤੁਹਾਨੂੰ ਜੋਬ ਨਹੀਂ ਮਿਲਦੀ। ਤਾਂ ਇਸ ਪਾਸੇ ਨੂੰ ਜ਼ਰੂਰ ਜਿਹੜੇ ਮੇਰੀ ਬੇਨਤੀ ਹੈ, ਜਿਹੜੇ ਸਾਡੇ ਹੁਣ ਨਵੇਂ ਆਉਣਗੇ, ਜਿਹੜਾ ਨਵਾਂ ਬੋਰਡ ਬਣੇਗਾ ਜਾਂ ਉਸ ਪਾਸੇ ਨੂੰ ਜ਼ਰੂਰ ਉਹ ਧਿਆਨ ਦੇਣ ਕਿ ਐਜੂਕੇਸ਼ਨ ਜਿਹੜਾ ਸਾਡਾ ਐਜੂਕੇਸ਼ਨਲ ਇੰਸਟੀਟਿਊਟਸ ਨੇ ਉਹਨਾਂ ਦਾ ਲੈਵਲ ਅਸੀਂ ਜ਼ਰੂਰ ਅਪ ਕਰੀਏ। ਜਿਵੇਂ ਆਪਾਂ ਗੱਲ ਕਰੀਏ ਵਕਫ ਬੋਰਡ ਦੇ ਜਿਹੜੇ ਕਿ ਮਤਲਬ ਫਾਇਦੇ ਨੇ, ਉਹ ਕੁਝ ਫਾਇਦਿਆਂ ਪਤਾ ਨੇ, ਜਿਵੇਂ ਬੁਢੇਪਾ ਪੈਨਸ਼ਨ ਹੋ ਗਿਆ ਜਾਂ ਬੱਚਿਆਂ ਦੀ ਪੈਨਸ਼ਨ ਹੋ ਗਈ ਜਾਂ ਬਾਜ ਪੈਨਸ਼ਨ ਹੋ, ਇਹ ਤੋਂ ਇਲਾਵਾ ਹੋਰ ਕੀ ਕੀ ਫਾਇਦੇ ਨੇ ਮਤਲਬ ਫਾਇਦੇ ਤਾਂ ਉਹਦੀ ਜੋ ਵਕਫ ਬੋਰਡ ਦੀਆਂ ਪ੍ਰੋਪਰਟੀਜ਼ ਤੋਂ ਆਮਦਨ ਹੈ ਉਹਦੇ ਤੋਂ ਤੁਸੀਂ ਆਪਣੀ ਕਮਿਊਨਿਟੀ ਲਈ ਕੋਈ ਵੀ ਫਾਇਦੇ ਵਾਲੀ ਚੀਜ਼ ਬਣਾ ਸਕਦੇ ਹੋ। ਤੁਸੀਂ ਕੋਈ ਵੀ ਤੁਹਾਡੀ ਜਿਹੜੀ ਦੀਨੀ ਅਦਾਰੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਅਪਗ੍ਰੇਡ ਕਰ ਸਕਦੇ ਹੋ। ਔਰ ਜਿਹੜੇ ਤੁਹਾਡੇ ਐਜੂਕੇਸ਼ਨਲ, ਮੈਂ ਇਹੀ ਗੱਲ ਦੇ ਉੱਪਰ ਕਹਿ ਰਿਹਾ ਕਿ ਤੁਸੀਂ ਇਹ ਜਿਹੜੀਆਂ ਬੇਵਾਵਾਂ, ਯਤੀਮ ਨੇ, ਬੇਵਾ ਨੇ ਔਰ ਜਿਹੜੇ ਮਸਕੀਨ ਨੇ, ਇਹਨਾਂ ਨੂੰ ਤਾਂ ਉਹਨਾਂ ਨੇ ਦੇਖੋ ਉਹਨਾਂ ਦਾ ਰੋਜ਼ੀ ਰੋਟੀ ਦਾ ਹੀ ਉਹਨਾਂ ਦਾ ਤਾਂ ਉਹ ਹੁੰਦਾ ਕਿ ਉਹਨਾਂ ਨੂੰ 2 ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ। ਮਗਰ ਮੈਂ ਕਹੂੰਗਾ ਵਕਫ ਬੋਰਡ ਨੂੰ ਐਸੇ ਇੰਸਟੀਟਿਊਟਸ ਵੀ ਮੈਂ ਕਹੂੰਗਾ ਕਾਇਮ ਕਰਨੇ ਚਾਹੀਦੇ ਨੇ ਜਿੱਥੇ ਬੇਵਾਵਾਂ ਨੂੰ ਰੋਜ਼ਗਾਰ ਵੀ ਮਿਲੇ। ਕੋਈ ਐਸੇ ਕਰ ਸਕਦੇ ਨੇ, ਠੀਕ ਹੈ, ਇਹਨਾਂ ਕੋਲ ਜੋ ਪ੍ਰੋਪਰ ਫੰਡਸ ਹੈਗੇ ਨੇ ਜਿਹਦੇ ਨਾਲ ਐਸਾ ਕੋਈ ਸਿਲਾਈ ਸੈਂਟਰ, ਕੋਈ ਕੁਛ ਵਟਐਵਰ। ਹੁਣ ਇਹ ਤਾਂ ਜੇ ਬੈਠਾਂਗੇ ਸੋਚਣ ਵਾਸਤੇ ਕੀ ਕੀਤਾ ਜਾ ਸਕਦਾ, ਉਸ ਤਰੀਕੇ ਨਾਲ 20 ਹੱਲ ਨਿਕਲੇ ਆਉਂਦੇ ਨੇ। ਉਹ ਤਾਂ ਬਲਕਿ ਜਿਹੜੇ IAS ਆਫਿਸਰ ਨੇ ਸਭ ਤੋਂ ਕਿਤੇ ਜ਼ਿਆਦਾ ਮਾਸ਼ਾਅੱਲਾ ਜ਼ਹੀਨ ਨੇ, ਉਹ ਸੋਚ ਸਕਦੇ ਨੇ ਕਿ ਇਹਨਾਂ ਨੂੰ ਬਜਾਏ ਆਪਾਂ ਪੈਨਸ਼ਨਾਂ ਦੇਣ ਦੇ ਸਾਡੀ ਕੌਮ ਨੂੰ ਇਸ ਲਾਇਕ ਬਣਾ ਦਈਏ ਕਿ ਉਹ ਕਮਾ ਕੇ ਖਾਣ ਵਾਲੇ ਹੋ ਜਾਣ। ਜਿਹੜਾ ਇਹ ਫਰੀ ਵਾਲਾ ਸਿਸਟਮ ਹੈ, ਇਹ ਵੀ ਮੈਂ ਕਹੂੰਗਾ ਕਿ ਉਹ ਜ਼ਕਾਤ ਦੇਣ ਵਾਲੇ ਬਣ ਜਾਣ ਬਜਾਏ ਕਿ ਉਹ ਮਦਦ ਲੈਣ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਅਗਰ ਯੂਟੀਲਾਈਜ਼ ਕੀਤਾ ਜਾਵੇ ਔਰ ਜੋ ਪੈਸਾ ਆਮਦਨ ਆਉਂਦੀ ਹੈ ਉਹਨੂੰ ਸਹੀ ਤਰੀਕੇ ਨਾਲ ਖਰਚ ਕੀਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕੰਮ ਜਿਹੜਾ ਆਪਾਂ ਜਿਹੜੀ ਆਪਣੀ ਸੋਚ ਤੋਂ ਵੀ ਬਾਹਰ ਹੈ, ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਦੇ ਲਈ ਇਹ ਕਰ ਸਕਦੇ ਹਾਂ। ਤਾਂ ਆਪਣੇ ਇਸਲਾਮ ਦੇ ਵਿੱਚ ਜਿਵੇਂ ਕੋਈ ਝਗੜੇ ਵਾਲੀ ਜਗ੍ਹਾ ਹੈਗੀ ਹੈ ਵੀ ਉੱਥੇ ਆਪਾਂ ਕੋਈ ਵੀ ਧਰਮ ਦੀ ਹੈ ਜਾਂ ਕੋਈ ਮੁਹੱਲੇ 'ਚ ਜਾਂ ਕਿਤੇ ਬਾਹਰ ਹੈ ਵੀ ਉਹਦੇ 'ਤੇ ਆਪਾਂ ਮਸਜਿਦ ਦੀ ਤਾਮੀਰ ਕਰ ਸਕਦੇ ਹਾਂ, ਕਿੱਦਾਂ ਕੀ ਕਹਿੰਦਾ ਇਸਲਾਮ ਇਹਦੇ ਬਾਰੇ? ਵੈਸੇ ਬਿਹਤਰ ਤਾਂ ਇਹ ਉਲਮਾ ਇਕਰਾਮ ਦੱਸਣਗੇ, ਜਿੰਨਾ ਕੁ ਅਸੀਂ ਉਲਮਾ ਇਕਰਾਮ ਤੋਂ ਸੁਣਿਆ ਜਾਂ ਮੇਰੀ ਨੌਲੇਜ 'ਚ ਬਾਤ ਹੈ, ਇਸ ਤਰ੍ਹਾਂ ਦੇ ਝਗੜੇ ਵਾਲੀ ਜਗ੍ਹਾ 'ਤੇ ਕਦੇ ਵੀ ਮਸਜਿਦ ਤਾਮੀਰ ਨਹੀਂ ਹੁੰਦੀ, ਨਾ ਅੱਜ ਤੱਕ ਹੋਈ ਆ। ਔਰ ਬਾਕੀ ਰਹੀ ਬਾਤ ਮਸਜਿਦ ਵਾਸਤੇ ਜਗ੍ਹਾ, ਜਾਂ ਤਾਂ ਕੋਈ ਦਾਨੀ ਸੱਜਣ ਦਾਨ ਕਰ ਦੇਵੇ ਉਹਦੇ 'ਤੇ ਮਸਜਿਦ ਬਣਦੀ ਹੈ, ਜਾਂ ਫਿਰ ਕੋਈ ਪੈਸੇ ਦੇ ਕੇ ਉਹਨੂੰ ਜੋ ਵਾਜਿਬ ਉਸਦਾ ਦਾਮ ਉਹ ਖਰੀਦ ਕੇ ਪਲਾਟ ਵਗੈਰਾ ਉਹਦੇ 'ਤੇ ਲੋਕਾਂ ਦੇ ਚੰਦੇ ਨਾਲ ਮਸਜਿਦਾਂ ਬਣਦੀਆਂ ਨੇ, ਨਾ ਕਿ ਕਿਸੇ ਤੋਂ ਖੋਹ ਕੇ ਜਾਂ ਛੀਨ ਕੇ ਬਣਾਈਆਂ ਜਾਣ। ਅਤੇ ਇਸੇ ਤਰ੍ਹਾਂ ਜਿਵੇਂ ਅਸੀਂ ਸਾਡੇ ਮੁਹੱਲੇ 'ਚ ਤਕਰੀਬਨ ਪਿਛਲੇ 4-5 ਸਾਲ ਪਹਿਲਾਂ ਕਿ ਕੋਈ ਪ੍ਰੋਪਰਟੀ ਪਈ ਸੀ ਉਹਨਾਂ ਦੀ, ਉਹ ਬਾਹਰ ਰਹਿੰਦੇ ਸੀਗੇ, ਅਸੀਂ ਉਹਨਾਂ ਕੋਲੋਂ ਉਹ ਪ੍ਰੋਪਰਟੀ ਖਰੀਦ ਕੇ ਬਾਕਾਇਦਾ ਉੱਥੇ ਮੁਹੱਲੇ ਦੇ ਅੰਦਰ ਅਸੀਂ ਮਸਜਿਦ ਤਾਮੀਰ ਕੀਤੀ ਆ। ਔਰ ਉਹ ਜਿਹੜੀ ਮਸਜਿਦ ਤਾਮੀਰ ਹੁੰਦੀ ਆ ਲੋਕਾਂ ਦੇ ਚੰਦੇ ਨਾਲ ਹੁੰਦੀ ਆ, ਲੋਕਾਂ ਦੇ ਪੈਸੇ ਨਾਲ ਹੁੰਦੀ ਆ। ਔਰ ਬਾਕੀ ਉਹ ਮਸਜਿਦ ਲੋਕਾਂ ਨੂੰ ਸਮਰਪਿਤ ਕੀਤੀ ਜਾਂਦੀ ਹੈ, ਵਕਫ ਕੀਤੀ ਜਾਂਦੀ ਹੈ ਵੀ ਇਹ ਲੋਕ ਸਾਰੇ ਆ ਕੇ ਇੱਥੇ ਇਬਾਦਤ ਕਰਨ ਔਰ ਨਮਾਜ਼ ਵਗੈਰਾ ਪੜ੍ਹ ਕੇ, ਕੁਰਾਨ ਵਗੈਰਾ ਪੜ੍ਹ ਕੇ ਅੱਲਾ ਕੋਲੋਂ ਸਵਾਬ ਹਾਸਿਲ ਕਰਨ ਔਰ ਫਾਇਦਾ ਹੋਵੇ ਲੋਕਾਂ ਨੂੰ, ਕੌਮ ਨੂੰ ਫਾਇਦਾ ਹੋਵੇ ਇਸ ਦਾ। ਬੱਚੇ ਪੜ੍ਹਦੇ ਨੇ ਕੁਰਾਨ ਪਾਕ, ਮਕਤਬ ਕਾਇਮ ਹੁੰਦੇ ਨੇ, ਫਾਇਦੇ ਦੀਆਂ ਚੀਜ਼ਾਂ ਨੇ, ਨਾ ਕਿ ਕਿਸੇ ਤੋਂ ਛੀਨ ਕੇ ਜਾਂ ਕਿਸੇ ਤੋਂ ਖੋ ਕੇ ਇਹ ਮਸਜਿਦ ਜਾਂ ਕਿਸੇ ਦੀ ਜਗ੍ਹਾ ਦੱਬ ਕੇ ਮਸਜਿਦ ਨਹੀਂ ਬਣਾਈ ਜਾ ਸਕਦੀ। ਇਹ ਆਈ ਥਿੰਕ ਤੁਸੀਂ ਜੋ ਗਿਆਨ ਵਿਆਪੀ ਆਈ ਥਿੰਕ ਕਿ ਤੁਸੀਂ ਸ਼ਾਇਦ ਜੋ ਇਸ ਵਕਤ ਕਰੰਟ ਇਸ਼ੂ ਇੰਡੀਆ ਦੇ ਵਿੱਚ ਚੱਲ ਰਿਹਾ ਗਿਆਨ ਵਿਆਪੀ ਮਸਜਿਦ, ਉਹਦੇ ਬਾਰੇ ਸ਼ਾਇਦ ਤੁਸੀਂ ਬਿਲਕੁਲ ਜਾਇਜ਼ ਸਵਾਲ ਹੈ ਕਿ ਜੋ ਐਸੀ ਜਗ੍ਹਾ ਕੋਈ ਡਿਸਪਿਊਟਡ ਪ੍ਰਾਪਰਟੀ ਹੈ ਜਾਂ ਕਿਸੇ ਹੋਰ ਧਾਰਮਿਕ ਸਥਾਨ ਨੂੰ ਤੋੜ ਕੇ ਉਹਦੇ ਉੱਪਰ ਕਦੇ ਵੀ ਜ਼ਿੰਦਗੀ 'ਚ ਮਸਜਿਦ, ਜਦੋਂ ਇਸਲਾਮ ਦਾ ਹੁਕਮ ਹੀ ਨਹੀਂ ਹੈ ਤਾਂ ਇਹ ਇਮੈਜਿਨ ਹੀ ਨਹੀਂ ਕਰ ਸਕਦੇ ਕਿ ਕਿਸੇ ਨੇ ਬਣਾਈ ਹੋਊਗੀ ਜਾਂ ਕਿਤੇ ਬਣੀ ਹੋਈ ਹੈ। ਤਾਂ ਇਹ ਸਾਰਾ ਜਾਣਬੁੱਝ ਕੇ ਜੋ ਅਸਲ ਮੁੱਦੇ ਨੇ, ਜੋ ਮਹਿੰਗਾਈ ਦਾ ਮੁੱਦਾ ਹੈ, ਰੁਜ਼ਗਾਰ ਦਾ ਮੁੱਦਾ, ਉਹਦੇ ਤੋਂ ਭਟਕਾਉਣ ਦੇ ਲਈ ਇਹ ਮੁੱਦੇ ਕ੍ਰੀਏਟ ਕੀਤੇ ਜਾ ਰਹੇ ਨੇ। ਤਾਂ ਮੇਰੀ ਨੌਲੇਜ ਦੇ ਵਿੱਚ ਵੀ ਜਿਵੇਂ ਕਿ ਬ੍ਰਦਰ ਅਸਗਰ ਸਾਹਿਬ ਨੇ ਦੱਸਿਆ ਕਿ ਕਿਤੇ ਵੀ ਡਿਸਪਿਊਟ ਜਿੱਥੇ ਹੋਵੇ ਜਾਂ ਕਿਸੇ ਵੀ ਧਾਰਮਿਕ ਸਥਾਨ ਨੂੰ ਡਿਮੋਲਿਸ਼ ਕਰਕੇ ਉੱਥੇ ਮਸਜਿਦ ਨਹੀਂ ਤਾਮੀਰ ਕੀਤੀ ਜਾ ਸਕਦੀ। ਤਾਂ ਇਸੇ ਤਰੀਕੇ ਦੇ ਨਾਲ ਜਿੰਨੇ ਵੀ ਇਸ਼ੂਜ਼ ਕ੍ਰੀਏਟ ਕੀਤੇ ਜਾ ਰਹੇ ਨੇ, ਜਾਂ ਤਾਜ ਮਹਿਲ ਦਾ ਜਾਂ ਕੁਤੁਬ ਮੀਨਾਰ ਦਾ, ਹੁਣ ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਹ ਜਾ ਕੇ ਸਿਰਫ ਇਹ ਧਿਆਨ ਭਟਕਾਉਣ ਦੀ ਰਾਜਨੀਤੀ ਹੈ, ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਕਿ ਤਾਂ ਕਿ ਹਿੰਦੂ ਮੁਸਲਿਮ ਲੜਾ ਕੇ ਆਪਸ ਦੇ ਵਿੱਚ ਇਹਨਾਂ ਨੂੰ ਇੱਧਰ ਹੀ ਉਲਝਾਈ ਰੱਖਿਆ ਜਾਵੇ ਧਾਰਮਿਕ ਸਥਾਨਾਂ ਦੇ ਵਿੱਚ, ਔਰ ਨਵੇਂ ਤੋਂ ਨਵੇਂ ਇਸ਼ੂ ਕ੍ਰੀਏਟ ਕਰਕੇ ਵੀ ਇਹਨਾਂ ਦੀਆਂ ਵੋਟਾਂ ਹਾਸਲ ਕਰਕੇ ਇਹਨਾਂ ਨੂੰ ਧਰਮ ਦੇ ਉੱਪਰ ਵੰਡ ਕੇ
ਤੇ ਮੁਲਕ ਦੇ ਉੱਪਰ ਰਾਜ ਕੀਤਾ ਜਾਵੇ ਔਰ ਅਸਲ ਮੁੱਦਿਆਂ ਦੇ ਉੱਪਰੋਂ ਇਹਨਾਂ ਦਾ ਧਿਆਨ ਭਟਕਾਇਆ ਜਾਵੇ। ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ, ਸਾਡੇ ਜਿਹੜੇ ਬਹੁਗਿਣਤੀ ਇੱਥੇ ਭਾਈਚਾਰਾ ਉਹਨਾਂ ਨੂੰ ਵੀ ਔਰ ਮੁਸਲਿਮ ਭਾਈਚਾਰੇ ਨੂੰ ਵੀ, ਕਿ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਜਾਣ ਤੋਂ ਪਹਿਲਾਂ ਦੂਸਰੇ ਧਰਮ ਦੇ ਬਾਰੇ ਪਹਿਲਾਂ ਪੂਰੀ ਮਾਲੂਮਾਤ ਹਾਸਲ ਕਰ ਲੈਣੀ ਚਾਹੀਦੀ ਹੈ ਕਿ ਇਸ ਧਰਮ ਦੇ ਵਿੱਚ ਐਸੀ ਕੋਈ ਪ੍ਰੋਵੀਜ਼ਨ ਹੈ ਵੀ ਕਿ ਕਿਸੇ ਦੂਸਰੇ ਧਾਰਮਿਕ ਸਥਾਨ ਦੇ ਉੱਪਰ ਕੋਈ ਦੂਸਰਾ, ਕਿ ਸਾਡਾ ਆਪਣਾ ਜਾਂ ਕੋਈ ਕਿਸੇ ਹੋਰ ਮਜ਼ਹਬ ਦਾ ਕੋਈ ਧਾਰਮਿਕ ਸਥਾਨ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਵੀ ਜਾਂ ਨਹੀਂ। ਤਾਂ ਇਸਲਾਮ ਦੇ ਵਿੱਚ ਕਦੇ ਵੀ ਡਿਸਪਿਊਟਡ ਪ੍ਰੋਪਰਟੀ ਔਰ ਜੇ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਪਰ ਉਹਨੂੰ ਤੋੜ ਕੇ ਜਾਂ ਡਿਮੋਲਿਸ਼ ਕਰਕੇ ਉਹਦੇ ਉੱਪਰ ਮਸਜਿਦ ਤਾਮੀਰ ਕਰਨ ਦਾ ਕਦੇ ਕੋਈ ਮਾਮਲਾ ਨਾ ਇੱਥੇ ਨਾ ਕਿਸੇ ਹੋਰ ਮੁਲਕ ਦੇ ਵਿੱਚ ਵੀ। ਇਸਲਾਮ ਕੋਈ ਇਹ ਨਹੀਂ ਹੈ ਕਿ ਇੰਡੀਆ ਦੇ ਵਿੱਚ, ਹੋਰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੀ ਕਦੇ ਵੀ ਐਸਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਕਿਉਂਕਿ ਇਸਲਾਮ ਇਸ ਚੀਜ਼ ਦੀ ਸਿੱਖਿਆ ਹੀ ਨਹੀਂ ਦਿੰਦਾ। ਇਸਲਾਮ ਇਹ ਚੀਜ਼ ਸਿਖਾਉਂਦਾ ਹੀ ਨਹੀਂ ਹੈ, ਬਲਕਿ ਉੱਥੇ ਮਸਜਿਦ ਦੇ ਵਿੱਚ ਨਮਾਜ਼ ਹੀ ਨਹੀਂ ਹੁੰਦੀ ਜਿੱਥੇ ਕੋਈ ਐਸਾ ਡਿਸਪਿਊਟ ਹੋਵੇ। ਤਾਂ ਸਾਡੇ ਨਾਲੋਂ ਜ਼ਿਆਦਾ ਕਿਤੇ ਇਲਮ ਰੱਖਣ ਵਾਲੇ, ਠੀਕ ਹੈ, ਉਹ ਲੋਕ ਜਿਨ੍ਹਾਂ ਨੇ ਇਹ ਅੱਜ ਤੋਂ ਕਈ ਸੌ ਸਾਲ ਪਹਿਲਾਂ ਮਸਜਿਦਾਂ ਬਣਾਈਆਂ ਸੀ, ਤਾਂ ਉਹ ਮੇਰੇ ਖਿਆਲ ਨਾਲ ਸਭ ਤੋਂ ਵੀ ਜ਼ਿਆਦਾ ਇਲਮ ਰੱਖਦੇ ਸੀਗੇ। ਤਾਂ ਉਹ ਕਦੇ ਵੀ ਐਸੀ ਗਲਤੀ ਨਹੀਂ ਕਰਨਗੇ ਜਿਹਦੇ ਨਾਲ ਅੱਲਾ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਗੁਨਹਗਾਰ ਬਣਨਾ ਪਵੇ। ਇਸ ਲਈ ਇਹ ਜਿਹੜੇ ਇਸ਼ੂਜ਼ ਨੇ ਸਿਰਫ ਇਹ ਧਿਆਨ ਭਟਕਾਉਣ ਲਈ, ਰੁਜ਼ਗਾਰ ਦਾ, ਮਹਿੰਗਾਈ ਦਾ ਮੁੱਦਾ ਜਿਹੜਾ ਇਹਨਾਂ ਨੂੰ ਖ਼ਤਮ ਕਰਨ ਦੇ ਲਈ ਇਹ ਇਸ਼ੂਜ਼ ਕ੍ਰੀਏਟ ਕੀਤੇ ਜਾ ਰਹੇ ਨੇ। ਸਾਡੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋ ਕੇ, ਸਾਰੇ ਭਾਰਤੀ ਲੋਕ ਜਿਹੜੇ ਨੇ ਸਾਨੂੰ ਇਕੱਠੇ ਹੋ ਕੇ ਇਸ ਵੱਲ ਸੋਚਣਾ ਚਾਹੀਦਾ ਹੈ ਕਿ ਕੋਈ ਧਰਮ ਇੱਕ ਦੂਸਰੇ ਨਾਲ ਲੜਨਾ ਨਹੀਂ ਸਿਖਾਉਂਦਾ ਹੈ। ਇਹ ਸਿਰਫ ਰਾਜਨੀਤੀ ਹੀ ਹੈ ਜੋ ਸਾਨੂੰ ਆਪਸ 'ਚ ਧਰਮ ਦੇ ਵਿੱਚ ਵੰਡ ਕੇ ਵੋਟਾਂ ਲੈ ਕੇ ਰਾਜ ਕਰ ਰਹੇ ਨੇ। ਸਾਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਕਦੇ ਜਦੋਂ ਤੁਸੀਂ ਦੇਖਿਆ ਹੋਊਗਾ ਕਿਸੇ ਵੀ ਅੱਜ ਤੱਕ, ਮੈਂ ਕਹੂੰਗਾ ਕਿ ਸੋਮਨਾਥ ਮੰਦਿਰ ਦਾ ਤੁਸੀਂ ਇੱਕ ਮਿਸਾਲ ਲੈ ਲਓ ਕਿ ਜਿਹਦੇ 'ਤੇ ਇਹ ਹਿਸਟਰੀ ਦੇ ਵਿੱਚ ਵੀ ਆਉਂਦਾ ਕਿ ਜੀ ਉੱਥੇ ਕੋਈ ਜਿਹੜਾ ਮੁਸਲਿਮ ਹਮਲਾਵਰ ਸੀਗਾ ਉਹਨੇ ਕਈ ਵਾਰੀ ਹਮਲੇ ਕੀਤੇ, ਤਾਂ ਕੀ ਉੱਥੇ ਉਹਨੇ ਮਸਜਿਦ ਤਾਮੀਰ ਕੀਤੀ? ਬਿਲਕੁਲ ਨਹੀਂ ਮਸਜਿਦ ਤਾਮੀਰ ਕੀਤੀ, ਕਿਉਂਕਿ ਉਹ ਕਰ ਵੀ ਨਹੀਂ ਸਕਦੇ ਸੀਗੇ, ਨਾ ਹੀ ਕੀਤੀ ਗਈ ਹੈ। ਤਾਂ ਇਸ ਲਈ ਕਈ ਜਗ੍ਹਾ ਦੇ ਉੱਪਰ ਸਾਹਮਣੇ ਆਈਆਂ ਨੇ ਚੀਜ਼ਾਂ ਜਿੱਥੇ ਕਿ ਕਲੇਮ ਕੀਤਾ ਜਾ ਰਿਹਾ ਕਥਿਤ ਤੌਰ ਦੇ ਉੱਪਰ ਕਿ ਫਵਾਰੇ ਦੇ ਜਿੱਥੇ ਬਣੇ ਹੋਏ ਪੁਰਾਣੇ ਜਾਂ ਉਹ ਉੱਥੇ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਵੀ ਤੋੜ ਉਹਨਾਂ ਦੇ ਨੀਚੇ ਉਹ ਕੀਤਾ ਜਾਊਗਾ, ਸਰਵੇ ਕੀਤਾ ਜਾਊਗਾ। ਤਾਂ ਮੇਰੇ ਖਿਆਲ ਦੇ ਨਾਲ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈ। ਜਿਹੜੇ ਸਾਡੇ ਧਾਰਮਿਕ ਸਥਾਨ ਆਲਰੇਡੀ ਐਗਜ਼ਿਸਟੈਂਸ ਦੇ ਵਿੱਚ ਹੈਗੇ ਨੇ, ਅਸੀਂ ਉਹਨਾਂ ਦੇ ਵਿੱਚ ਹੀ ਜਾ ਕੇ ਪੱਕੇ ਸੱਚੇ ਹਿੰਦੂ ਜਾਂ ਪੱਕੇ ਸੱਚੇ ਮੁਸਲਮਾਨ ਜਾਂ ਪੱਕੇ ਸੱਚੇ ਸਿੱਖ ਜਾਂ ਈਸਾਈ ਬਣ ਜੀ ਸਹੀ। ਅਸੀਂ ਅਗਰ ਉੱਥੇ ਜਾ ਕੇ ਉੱਥੇ ਇਬਾਦਤ ਕਰਕੇ ਅਗਰ ਅਸੀਂ ਇਬਾਦਤਗਾਹਾਂ ਦੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਅਗਰ ਇੱਕ ਚੰਗੇ ਇਨਸਾਨ ਨਾ ਬਣ ਸਕੇ, ਤਾਂ ਮੈਨੂੰ ਲੱਗਦਾ ਕਿ ਸਾਡਾ ਦੁਨੀਆ 'ਤੇ ਆਏ ਦਾ ਕੋਈ ਫਾਇਦਾ ਨਹੀਂ। ਔਰ ਸਾਰੇ ਧਰਮ ਸਾਨੂੰ ਇਨਸਾਨੀਅਤ ਸਿਖਾਉਂਦੇ ਨੇ, ਅਸੀਂ ਇਨਸਾਨੀਅਤ ਦਾ ਕਤਲ ਹੀ ਧਰਮਾਂ ਦੇ ਨਾਮ 'ਤੇ ਉੱਪਰ ਕਰ ਰਹੇ ਹਾਂ। ਤਾਂ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਸਾਰਿਆਂ ਨੂੰ ਸਾਨੂੰ ਇਹਨਾਂ ਸੋਚਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਔਰ ਸਾਰੇ ਸਾਨੂੰ ਇਕੱਠੇ ਹੋ ਕੇ ਇਸ ਮੁਲਕ ਦੀ ਅਮਨ ਸ਼ਾਂਤੀ ਭਾਈਚਾਰੇ ਲਈ ਕੰਮ ਕਰਨਾ ਚਾਹੀਦਾ ਔਰ ਇਸ ਮੁਲਕ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਹਿੰਦੁਸਤਾਨ ਦੇ ਵਿੱਚ ਸਿਆਸਤ ਦੇ ਨਾਮ 'ਤੇ ਰੋਟੀਆਂ ਸੇਕੀਆਂ ਜਾ ਰਹੀਆਂ ਨੇ, ਲੇਕਿਨ ਤੁਸੀਂ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹ ਕੀ ਮੈਸੇਜ ਦਿਵਾਓਗੇ? ਦੇਖੋ, ਇਹੀ ਇਸ ਤਰ੍ਹਾਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ, ਅਪੀਲ ਕਰਦੇ ਆਏ ਹਾਂ ਸ਼ੁਰੂ ਤੋਂ ਕਿ ਸਾਰੇ ਅਸੀਂ ਇਕੱਠੇ ਹਾਂ, ਸਾਰਿਆਂ ਦੇ ਸਾਡੇ ਜਿਹੜੇ ਖੂਨ ਦਾ ਰੰਗ ਲਾਲ ਹੈ, ਅਸੀਂ ਸਾਰੇ ਇਨਸਾਨ ਹਾਂ। ਔਰ ਜੋ ਧਰਮ ਵੀ ਨੇ, ਕੋਈ ਧਰਮ ਤੁਹਾਨੂੰ ਲੜਨਾ ਤੋੜਨਾ ਇੱਕ ਦੂਸਰੇ ਕਤਲ ਗਾਰਤ ਨਹੀਂ ਸਿਖਾਉਂਦਾ। ਸਾਰੇ ਆਪਸੀ ਪਿਆਰ, ਮੁਹੱਬਤ, ਭਾਈਚਾਰਾ, ਠੀਕ ਹੈ, ਇਹ ਚੀਜ਼ਾਂ ਸਿਖਾਉਂਦੇ ਨੇ। ਅਗਰ ਅਸੀਂ ਧਰਮ ਦੇ ਹੀ ਪੱਕੇ ਹਾਂ, ਧਰਮ ਨੂੰ ਸਮਝੇ ਬਿਨਾਂ ਤੁਸੀਂ ਯਾਰ ਧਰਮ ਦੇ ਨਾਮ 'ਤੇ ਕਿਵੇਂ ਲੜ ਸਕਦੇ ਹੋ? ਦੱਸੋ ਕਿ ਕਿਹੜੇ ਧਰਮ ਦੇ ਵਿੱਚ ਲਿਖਿਆ ਹੋ ਕਿ ਹਾਂ ਕਿਸੇ ਨੂੰ ਬੇਕਸੂਰ ਨੂੰ ਫੜ ਕੇ ਉਹਨੂੰ ਕਹੋ ਵੀ ਹਾਂ ਮੇਰੇ ਧਰਮ ਦੇ ਨਾਮ 'ਤੇ ਨਾਅਰੇ ਮਾਰਨੇ ਤੈਨੂੰ ਮੈਂ ਕਤਲ ਕਰ ਦੂੰਗਾ। ਆ ਜਿਹੜਾ ਹੁਣ ਨਵਾਂ ਭਵਰ ਲਾਲ ਜੈਨ ਦਾ ਮੁੱਦਾ ਆਇਆ ਕਿ ਹਾਂ ਵੀ ਤੂੰ ਮੁਸਲਮਾਨ ਹੈ, ਮੈਨੂੰ ਤੇਰੇ 'ਤੇ ਸ਼ੱਕ ਹੈ, ਤੂੰ ਆਧਾਰ ਕਾਰਡ ਦਿਖਾ, ਉਹਨੂੰ ਕੁੱਟ ਕੇ ਮਾਰ ਦਿੱਤਾ ਗਿਆ। ਤਾਂ ਮੈਂ ਇਹ ਹੈਰਾਨ ਹਾਂ ਕਿ ਕਿਉਂ, ਠੀਕ ਹੈ, ਅਸੀਂ ਐਸੇ ਲੋਕਾਂ ਦੇ ਪਿੱਛੇ ਕਿਉਂ ਲੱਗ ਰਹੇ ਹਾਂ? ਕੋਈ ਧਰਮ ਜਦੋਂ ਨਹੀਂ ਸਿਖਾਉਂਦਾ ਹੈ, ਕੋਈ ਵੀ ਧਰਮ ਜਦੋਂ ਸਾਨੂੰ ਵਾਇਲੈਂਸ ਨਹੀਂ ਸਿਖਾਉਂਦਾ, ਇੱਕ ਦੂਸਰੇ ਦੀ ਕਤਲੋ ਗਾਰਤ ਨਹੀਂ ਸਿਖਾਉਂਦਾ, ਤਾਂ ਫਿਰ ਅਸੀਂ ਕਿਉਂ ਧਰਮ ਦੇ ਨਾਮ ਦੇ ਉੱਪਰ ਇਹ ਚੀਜ਼ਾਂ ਕਰ ਰਹੇ ਹਾਂ? ਕੀ ਅਸੀਂ ਧਰਮ ਦੇ ਨਾਮ 'ਤੇ ਇੱਕ ਦੂਸਰੇ ਦਾ ਲਹੂ ਬਹਾ ਕੇ ਅਸੀਂ ਬਜਾਏ ਪੁੰਨ ਕਰਨ ਦੇ ਜਾਂ ਬਜਾਏ ਸਵਾਬ ਦੇ ਕੀ ਅਸੀਂ ਗੁਨਹਗਾਰ ਨਹੀਂ ਹੋ ਰਹੇ? ਇਹ ਸਾਨੂੰ ਸੋਚਣ ਦੀ ਜ਼ਰੂਰਤ ਹੈ।